ਮੇਰੇ ਮਨ ਗੁਰ 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 ਸਤ ਗੁਰ 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 ਸਤ ਗੁਰ 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 ਸਤ ਮੇਰੇ ਮਨ ਗੁਰ 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 ਸਤ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਆਪਣਾ ਸਾਰੇ ਹੀ ਮਨਾਂ ਦਾ ਮਾਰਗਦਰਸ਼ਨ ਕਰਦੇ ਨੇ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਆਪਾਂ ਵਿਛੜ ਕੇ ਸੰਸਾਰ ਦੇ ਵਿੱਚ ਸਾਰੇ ਮਨ ਬੱਚੇ ਖੇਡ ਖੇਡਣ ਲਈ ਆਏ ਹਾਂ। ਸਾਡੇ ਸਤਿਕਾਰਯੋਗ ਗੁਰੂ ਸਾਹਿਬਾਨ, ਭਗਤ ਜਨ, ਭੱਟ ਜਨ, ਗੁਰਸਿੱਖ ਗੁਰਬਾਣੀ ਗੁਰੂ ਦੇ ਰੂਪ ਵਿੱਚ ਸਾਨੂੰ ਉਸ ਰਾਸਤੇ ਦੀ ਸੂਝੀ ਦੇ ਰਹੇ ਨੇ, ਜੋ ਰਾਸਤਾ ਸਾਡੇ ਮੂਲ ਤੱਕ ਜਾਂਦਾ ਹੈ, ਜਿਸ ਮੂਲ ਤੋਂ ਵਿਛੜ ਕੇ ਅਸੀਂ ਇਸ ਸੰਸਾਰ 'ਚ ਆਏ। ਤਾਂ ਜੋ ਸਾਡਾ ਮੂਲ ਹੈ ਉਹ ਅਦ੍ਰਿਸ਼ਟ ਹੈ, ਸੂਖਮ ਹੈ। ਸੂਖਮ ਜੋ ਨਹੀਂ ਦਿਖਦਾ, ਪਰ ਦਿਖਦਾ ਗੁਰੂ ਦੀ ਜਦੋਂ ਮੱਤ ਨੂੰ ਅਪਣਾ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜਾ ਰਾਸਤਾ ਉਸ ਮਾਲਕ ਤੱਕ ਜਾਂਦਾ ਉਹ ਵੀ ਸੂਖਮ ਹੈ, ਅਦ੍ਰਿਸ਼ਟ ਹੈ। ਜਿਸ ਮਨ ਬੱਚੇ ਨੇ ਉਸ ਰਾਸਤੇ 'ਤੇ ਚੱਲਣਾ, ਉਹ ਮਨ ਬੱਚਾ ਵੀ ਸੂਖਮ ਹੈ। ਇਸੇ ਤਰ੍ਹਾਂ ਜੋ ਦੁਨੀਆ ਦਾ ਕਰਤਾ ਧਰਤਾ ਮਾਲਕ, ਜਿਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਕੀਤਾ ਗਿਆ, ਮਹਾਰਾਜ ਦੱਸਦੇ ਨੇ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਈ। ਜੋ ਜਲਾਂ ਥਲਾਂ ਦੇ ਵਿੱਚ ਮੌਜੂਦ ਆ, ਜੋ ਇਸ ਸ੍ਰਿਸ਼ਟੀ ਦਾ ਰਚਨਹਾਰ, ਜਿਸ ਮਾਲਕ ਨੇ ਸਾਡੇ ਮਨਾਂ ਨੂੰ ਇਹ ਦਿਨ ਤੇ ਰਾਤ ਦਾ ਖੇਡ ਖੇਡਣ ਲਈ ਇਸ ਸੰਸਾਰ 'ਚ ਭੇਜਿਆ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਜਿੱਥੇ ਆ ਕੇ ਸਾਡੇ ਸਾਰਿਆਂ ਦੇ ਮਨ ਦਿਨੇ ਉਸ ਇਲਾਕੇ ਦੇ ਵਿੱਚ ਆ ਜਾਂਦੇ ਨੇ ਜਿੱਥੇ ਅਸੀਂ ਸਾਰਾ ਕੁਛ ਦ੍ਰਿਸ਼ਟਮਾਨ ਦੇਖਦੇ ਹਾਂ, ਦ੍ਰਿਸ਼ਟਮਾਨ ਆਕਾਰ ਦੇਖਦੇ ਹਾਂ, ਅਤੇ ਰਾਤ ਨੂੰ ਫਿਰ ਉਸ ਇਲਾਕੇ ਦੇ ਵਿੱਚ ਜਾਂਦੇ ਨੇ ਜਿਸ ਇਲਾਕੇ ਨੂੰ ਸੂਖਮ ਕਿਹਾ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ, ਕਹਿੰਦੇ ਮਾਲਕ ਨੇ ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਸ਼ਹਿਰ ਵਸਾਏ ਨੇ ਸਾਡੇ ਮਨ ਦੇ ਲਈ। ਦ੍ਰਿਸ਼ਟਮਾਨ ਦੇ ਵਿੱਚ ਜਿੱਥੇ ਸਾਡਾ ਮਨ ਦ੍ਰਿਸ਼ਟਮਾਨ ਆਕਾਰ ਨੂੰ ਲੈ ਕੇ ਚੱਲਦਾ, ਅਤੇ ਸੂਖਮ ਇਲਾਕਾ ਉਹ ਜਿੱਥੇ ਸਾਡਾ ਮਨ ਸੂਖਮ ਆਕਾਰ ਨੂੰ ਲੈ ਕੇ ਚੱਲਦਾ। ਅਤੇ ਦ੍ਰਿਸ਼ਟਮਾਨ ਇਲਾਕੇ ਨੂੰ ਗੁਰਬਾਣੀ ਦੇ ਵਿੱਚ ਲੋਕ ਕਿਹਾ, ਮਾਇਆ ਦਾ ਇਲਾਕਾ ਕਿਹਾ, ਕਾਲ ਦਾ ਇਲਾਕਾ ਕਿਹਾ। ਅਤੇ ਸੂਖਮ ਨੂੰ ਗੁਰਬਾਣੀ ਦੇ ਵਿੱਚ ਪਰਲੋਕ ਕਿਹਾ, ਨਿਜ ਮਹਿਲ ਕਿਹਾ, ਥਿਰ ਕਰ ਕਿਹਾ, ਸੱਚਖੰਡ ਕਿਹਾ, ਜਿੱਥੇ ਮਾਲਕ ਆਤਮਾ ਦੇ ਰੂਪ ਵਿੱਚ ਪ੍ਰਕਾਸ਼ ਰੂਪ ਵਸਦਾ। ਅਤੇ ਮਹਾਰਾਜ ਨੇ ਦੱਸਿਆ, ਕਹਿੰਦੇ ਸਾਡੇ ਮਨ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਮਾਲਕ ਨੇ ਸਤਿਯੁਗ ਦੇ ਵਿੱਚ ਮਨੁੱਖਾ ਦੇਹ ਦੀ ਜਦੋਂ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਸਾਡੇ ਮਨ ਨੂੰ ਸਵਾਸ ਦੇ ਕੇ ਸੰਸਾਰ 'ਚ ਭੇਜਿਆ ਖੇਡ ਖੇਡਣ ਲਈ, ਜਿੱਥੇ ਆ ਕੇ ਅਸੀਂ ਗੁਰੂ ਦੀ ਮੱਤ ਲੈ ਕੇ ਇਸ ਖੇਡ ਨੂੰ ਸਮਝ ਕੇ ਦੁਬਾਰਾ ਫਿਰ ਉਸ ਮੂਲ ਤੱਕ ਜਾਣਾ ਸੀ। ਜਿਵੇਂ ਗੁਰਬਾਣੀ ਦੇ ਵਿੱਚ ਮਹਾਰਾਜ ਦੱਸਦੇ ਨੇ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਹੜਾ ਮਾਲਕ ਸਭ ਤੋਂ ਨੇੜੇ ਆ, ਗੁਰੂ ਦੀ ਮੱਤ ਲੈ ਕੇ ਉਸ ਮਾਲਕ ਦੇ ਰੰਗ ਮਾਣੋ ਇਸ ਸੰਸਾਰ ਦੇ ਵਿੱਚ ਆ ਕੇ। ਤਾਈਓਂ ਮਹਾਰਾਜ ਨੇ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਜੋ ਭੇਤ ਦਿੱਤਾ, ਮਨੁੱਖਾ ਦੇਹ ਨੂੰ ਵਡਿਆਈ ਦਿੱਤੀ ਹੈ, ਵੀ ਮਨੁੱਖਾ ਦੇਹ ਦੇ ਵਿੱਚ ਆ ਕੇ ਹੀ ਅਸੀਂ ਗਿਆਨ ਲੈ ਕੇ, ਗੁਰੂ ਦੀ ਮੱਤ ਲੈ ਕੇ ਉਸ ਮੂਲ ਤੱਕ ਪਹੁੰਚ ਸਕਦੇ ਹਾਂ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ, ਜੋ ਸਾਡਾ ਅਸਲ ਮਾਤਾ ਪਿਤਾ ਹੈ। ਪਰ ਹੋਰਾਂ ਜੂਨਾਂ ਦੇ ਵਿੱਚ ਗਿਆਨ ਨਹੀਂ ਹੈਗਾ, ਹੋਰਾਂ ਜੂਨਾਂ ਦੇ ਵਿੱਚ ਗਿਆਨ ਆ ਜਿਹੜਾ ਸੀਮਤ ਆ। ਜਿਵੇਂ ਆਪਾਂ ਪਸ਼ੂ ਪੰਛੀਆਂ ਨੂੰ ਦੇਖਦੇ ਹਾਂ, ਬੱਚੇ ਉਹ ਵੀ ਪਾਲਦੇ ਨੇ ਅਤੇ ਆਪਣੇ ਢਿੱਡ ਲਈ ਉਹ ਵੀ ਪ੍ਰਵਾਸ ਕਰਦੇ ਨੇ। ਦਰੱਖਤਾਂ ਨੂੰ ਦੇਖੀਏ,
ਉਹ ਵੀ ਆਪਣੀ ਸਾਂਭ ਸੰਭਾਲ ਕਰਦੇ ਨੇ। ਜਿਸ ਤਰ੍ਹਾਂ ਬੇਲ ਦੇਖੋ, ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ, ਜਦੋਂ ਬੂਟਾ ਬੇਲ ਦਾ ਲਾ ਦਿੰਦੇ ਹਾਂ, ਉਹਨੂੰ ਪਤਾ ਲੱਗ ਜਾਂਦਾ ਜਦੋਂ ਅੱਗੇ ਰੁਕਾਵਟ ਆ ਜਾਂਦੀ ਆ ਆਸੇ ਪਾਸੇ ਹੋਣ ਦਾ, ਕਿਉਂਕਿ ਉਹਦੇ ਵਿੱਚ ਉਨਾ ਕੁ ਗਿਆਨ ਮਾਲਕ ਨੇ ਰੱਖਿਆ, ਪਰ ਗਿਆਨ ਕਿੰਨਾ ਸੀਮਤ ਆ। ਪਰ ਜੋ ਮਨੁੱਖਾ ਦੇਹ ਦੇ ਵਿੱਚ ਮਾਲਕ ਨੇ ਗਿਆਨ ਰੱਖਿਆ, ਇਸ ਗਿਆਨ ਨੂੰ ਅਨਲਿਮਟਿਡ ਕਿਹਾ, ਜਿਵੇਂ ਵੀ ਕੋਈ ਹੱਦ ਨਹੀਂ। ਪਰ ਇਸ ਮਨੁੱਖਾ ਦੇ ਦੇਹ ਦੇ ਵਿੱਚ ਅਸੀਂ ਗਿਆਨ ਲੈ ਕੇ ਉਸ ਮਾਲਕ ਤੱਕ ਪੁੱਜਣਾ ਸੀ। ਤਾਈਓ ਤਾਂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਵੀ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਮਾਲਕ ਨੂੰ ਮਿਲਣ ਦਾ ਕਾਰਜ ਕਰਨ ਲਈ ਸਾਨੂੰ ਮਾਲਕ ਨੇ ਇਸ ਇਲਾਕੇ ਦੇ ਵਿੱਚ ਭੇਜਿਆ ਸੀ, ਦ੍ਰਿਸ਼ਟਮਾਨ ਇਲਾਕੇ ਦੇ ਵਿੱਚ। ਕਾਰਜ ਕਿਹੜਾ? ਮਾਲਕ ਨੂੰ ਮਿਲਣ ਦਾ। ਜਿਹੜਾ ਕਾਰਜ ਸੱਚ ਦੀ ਸੰਗਤ ਦੇ ਵਿੱਚ ਆ ਕੇ ਸਾਡਾ ਪੂਰਾ ਹੋਣਾ ਸੀਗਾ, ਕਿਉਂਕਿ ਸੱਚ ਦੀ ਸੰਗਤ ਦੇ ਵਿੱਚ ਆ ਕੇ ਸਾਨੂੰ ਨਾਮ ਦਾ ਭੇਤ ਆਉਣਾ ਸੀ। ਅਤੇ ਮਾਲਕ ਨੇ ਗੁਰਬਾਣੀ ਦੇ ਵਿੱਚ ਸਾਨੂੰ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਮਾਲਕ ਦਾ ਕਾਰਜ ਜੋ ਆਪਾਂ ਸਵਾਰਨਾ ਚਾਹੁੰਦੇ ਹਾਂ, ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਤਾਂ ਨਾਮ ਦੇ ਜ਼ਰੀਏ ਹੀ ਮਿਲਿਆ ਜਾਣਾ। ਜੋ ਅਨਹਦ ਬਾਣੀ ਜਿਹਨੂੰ ਦੱਸਿਆ ਗਿਆ, ਸ਼ਬਦ ਦੱਸਿਆ ਗਿਆ ਗੁਰਬਾਣੀ ਦੇ ਵਿੱਚ, ਨਾਨਕ ਨਾਮ ਧਿਆਈਐ ਤਾਂ ਕਾਰਜ ਆਵੈ ਰਾਸ। ਵੀ ਨਾਮ ਧਿਆ ਕੇ ਹੀ ਮਾਲਕ ਦੇ ਅਸਲ ਨਾਮ ਨਾਲ ਜੁੜ ਕੇ ਇਹ ਕਾਰਜ ਸਵਰਨਾ। ਇਸੇ ਤਰ੍ਹਾਂ ਮਹਾਰਾਜ ਨੇ ਦੱਸਿਆ, ਕਹਿੰਦੇ ਵੀ ਮਨੁੱਖਾ ਦੇਹ ਦੇ ਵਿੱਚ ਆ ਕੇ ਅਸੀਂ ਸੰਗਤ ਦੇ ਵਿੱਚ ਆ ਕੇ ਗਿਆਨ ਲੈਣਾ ਹੁੰਦਾ, ਇਸ ਖੇਡ ਨੂੰ ਸਮਝਣਾ ਹੁੰਦਾ। ਪਰ ਜੇ ਮਨੁੱਖਾ ਦੇਹ ਦੇ ਵਿੱਚ ਆ ਕੇ ਵੀ ਸਾਡੇ ਮਨ ਇਸ ਗਿਆਨ ਤੋਂ ਵਿਹੂਣੇ ਰਹਿੰਦੇ ਨੇ, ਤਾਂ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਉਹ ਪਸ਼ੂਆਂ ਦੇ ਬਰਾਬਰ ਨੇ। ਵੀ ਜੋ ਨਾ ਸੁਣੇ ਜਸ ਪਰਮਾਨੰਦਾ, ਸੋ ਪਸ਼ੂ ਪੰਖੀ ਤ੍ਰਿਗ ਜੋਨ ਤੇ ਮੰਦਾ। ਵੀ ਉਹਨਾਂ ਨਾਲੋਂ ਵੀ ਭੈੜੇ ਨੇ। ਜਿਸ ਤਰ੍ਹਾਂ ਬਿਨ ਨਾਮੇ ਸਭ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਵੀ ਹਾਲਤ ਉੱਦਾਂ ਦੀ ਬਣ ਜਾਂਦੀ ਹੈ ਸਾਡੇ ਮਨ ਦੀ। ਵੀ ਕਹਿਣ ਦਾ ਭਾਵ ਸਾਡੇ ਵਿੱਚ ਤੇ ਬਾਕੀ ਦੀਆਂ ਜੂਨਾਂ ਦੇ ਵਿੱਚੋਂ ਵੀ ਕੋਈ ਫਰਕ ਨਹੀਂ ਹੈਗਾ, ਜੇ ਅਸੀਂ ਮਾਲਕ ਨੂੰ ਮਿਲਣ ਦੇ ਕਾਰਜ ਨੂੰ ਇਸ ਮਨੁੱਖਾ ਦੇਹ ਦੇ ਵਿੱਚ ਆ ਕੇ ਨਹੀਂ ਸਵਾਰਦੇ। ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਭੇਤ ਦਿੱਤਾ, ਵੀ ਜਿਵੇਂ ਸਾਡਾ ਦ੍ਰਿਸ਼ਟਮਾਨ ਦੇ ਵਿੱਚ ਸਰੀਰ ਆ, ਬੱਚੇ ਹੁੰਦੇ ਨੇ, ਪਰਿਵਾਰ ਹੁੰਦੇ ਨੇ, ਮਾਤਾ ਪਿਤਾ। ਸਰੀਰ ਲਈ ਆਪਾਂ ਕੱਪੜਾ ਲੀੜਾ ਲੈਂਦੇ ਹਾਂ, ਖਾਣੇ ਪੀਣੇ ਪਹਿਨਦੇ ਹਾਂ, ਅਤੇ ਵਧੀਆ ਥਾਂ 'ਤੇ ਰੱਖਦੇ ਹਾਂ ਆਪਣੇ ਸਰੀਰ ਨੂੰ, ਵੀ ਇਹ ਤੰਦਰੁਸਤ ਰਹੇ। ਪਰ ਇਹ ਸਾਰਾ ਕਿੱਥੋਂ ਦਾ ਵਾ? ਦ੍ਰਿਸ਼ਟਮਾਨ ਇਲਾਕੇ ਦਾ, ਜਿੱਥੇ ਅਸੀਂ ਲੋਕ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਰਦੇ ਹਾਂ ਆਪਣੇ ਸਵਾਸਾਂ ਦੁਆਰਾ। ਪਰ ਸਾਡੇ ਮਨ ਦਾ ਵੀ ਖਾਣਾ ਪੀਣਾ ਅਲੱਗ ਹੈ, ਸਾਡੇ ਮਨ ਦੀ ਰਹਿਣ ਦੀ ਜਗ੍ਹਾ ਵੀ ਥਾਂ ਉਹ ਅਲੱਗ ਹੈ। ਸਾਡੇ ਮਨ ਦਾ ਮਾਤਾ ਪਿਤਾ ਵੀ ਹੈ, ਜਿਹਨੂੰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸਿਆ, ਹਰ ਜੀ ਮਾਤਾ ਹਰ ਜੀ ਪਿਤਾ ਹਮ ਹਰ ਕੇ ਬਾਰਕ। ਮਨ ਦਾ ਵੀ ਇੱਕ ਪਰਿਵਾਰ ਹੈ, ਪਰ ਉਹ ਪਰਿਵਾਰ ਦਾ ਭੇਤ, ਉਹ ਮਨ ਦੀ ਖੁਰਾਕ ਦਾ ਭੇਤ, ਮਨ ਦੇ ਕੱਪੜੇ ਲੀੜੇ ਦਾ ਭੇਤ ਸਾਨੂੰ ਸਾਰੇ ਮਨਾਂ ਨੂੰ ਸੰਗਤ ਦੇ ਵਿੱਚ ਆ ਕੇ ਆਉਂਦਾ। ਕਿਉਂਕਿ ਸੰਗਤ ਦੇ ਵਿੱਚ ਜਦੋਂ ਅਸੀਂ ਸਾਡੇ ਮਨ ਅਕੱਤ ਕਹਾਣੀ ਨੂੰ ਸੁਣਦੇ ਨੇ, ਅਤੇ ਅਸੀਂ ਇਸ ਕਹਾਣੀ ਨੂੰ ਵਿਛੋੜੇ ਅਤੇ ਮਿਲਾਪ ਦੀ ਕਹਾਣੀ ਨੂੰ ਸੁਣਦੇ ਹਾਂ, ਜਿਹਦੇ ਵਿੱਚ ਸਾਨੂੰ ਸਾਰੀ ਪਹਿਚਾਣ ਆਉਣੀ ਸ਼ੁਰੂ ਹੁੰਦੀ ਹੈ ਵੀ ਅਸੀਂ ਕਿਵੇਂ ਵਿਛੜ ਕੇ ਸੰਸਾਰ 'ਚ ਆਏ, ਅਤੇ ਕਿਵੇਂ ਅਸੀਂ ਜੁਲਨਾਂ ਦੇ ਵਿੱਚ ਉਲਝੇ ਹੋਏ ਹਾਂ, ਅਤੇ ਕੀ ਕਰੀਏ ਜਿਹੜਾ ਅਸੀਂ ਵਾਪਸ ਆਪਣੇ ਘਰ ਚਲੇ ਜਾਈਏ ਜਿੱਥੋਂ ਦੇ ਅਸੀਂ ਰਹਿਣ ਵਾਲੇ ਹਾਂ। ਅਤੇ ਉਹ ਸਾਰਾ ਭੇਤ ਸਾਨੂੰ ਸੱਚ ਦੀ ਸੰਗਤ ਦੇ ਵਿੱਚ ਆ ਕੇ ਆਉਂਦਾ। ਇਸੇ ਤਰ੍ਹਾਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇਹ ਸਾਰਾ ਭੇਤ ਦਿੱਤਾ ਵੀ ਸਾਡੇ ਮਨ ਦੀ ਖੁਰਾਕ ਨਾਮ, ਮਨ ਕਾ ਤੋਸਾ ਹਰ ਨਾਮ ਹੈ। ਜਦੋਂ ਮਨ ਅੰਮ੍ਰਿਤ ਪੀਂਦਾ, ਨਾਮ ਦੇ ਨਾਲ ਜੁੜਦਾ, ਵੀ ਉਹ ਵੀ ਮਨ ਦੀ ਖੁਰਾਕ ਆ। ਇਸੇ ਤਰ੍ਹਾਂ ਮਨ ਦਾ ਕੱਪੜਾ ਲੀੜਾ ਵੀ ਹੈ, ਜੋ ਸਾਡਾ ਮਨ ਪਹਿਨਦਾ ਹੈ ਸੰਸਾਰ ਦੇ ਵਿੱਚ ਆ ਕੇ।
ਜਿਸ ਕੱਪੜੇ ਨੇ ਸਾਨੂੰ ਇਸ ਸੰਸਾਰ ਤੋਂ ਪਾਰ ਲੈ ਕੇ ਜਾਣਾ। ਗੁਰਬਾਣੀ ਦੇ ਵਿੱਚ ਉਹਦਾ ਵੀ ਜ਼ਿਕਰ ਆਇਆ। ਸਿਫਤ ਸਲਾਹ ਦਾ ਕੱਪੜਾ ਪਹਿਨਣ ਲਈ ਮਹਾਰਾਜ ਨੇ ਕਿਹਾ ਵੀ ਮਾਲਕ ਦੀ ਸਿਫਤ ਸਲਾਹ ਦਾ ਕੱਪੜਾ ਪਹਿਨਣਾ ਇਸ ਸੰਸਾਰ ਦੇ ਵਿੱਚ ਆ ਕੇ, ਵੀ ਜੇ ਅਸੀਂ ਇਸ ਸੰਸਾਰ ਤੋਂ ਪਾਰ ਲੰਘਣਾ ਚਾਹੁੰਦੇ ਹਾਂ। ਕਿਉਂਕਿ ਜਿਵੇਂ ਮਹਾਰਾਜ ਦੱਸਦੇ ਨੇ, ਕਹਿੰਦੇ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਵੀ ਜਿਹਨੇ ਵੀ ਉਸ ਮਾਲਕ ਦੀ ਸਿਫਤ ਸਲਾਹ ਦਾ ਕੱਪੜਾ ਪਹਿਨਿਆ ਇਸ ਸੰਸਾਰ ਤੋਂ ਪਾਰ ਲੰਘ ਗਿਆ। ਅਤੇ ਸਿਫਤ ਦਾ ਕੱਪੜਾ ਅਸੀਂ ਉਦੋਂ ਵੀ ਪਹਿਨਦੇ ਹਾਂ ਜਦੋਂ ਮਾਲਕ ਦਾ ਸਿਮਰਨ ਕਰਦੇ ਹਾਂ ਸਾਰੇ, ਜਦੋਂ ਉਹਦੀ ਵਡਿਆਈ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ, ਪਿਆਰ ਨਾਲ ਮਾਲਕ ਦੀ ਸ਼ੋਭਾ ਕਰਦੇ ਹਾਂ, ਉਹਨੂੰ ਅੱਗੇ ਹਾਜ਼ਰ ਨਾਜ਼ਰ ਜਾਣਦੇ ਹੋਏ। ਅਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਸਾਰੇ ਮਨ ਦੀ ਖੁਰਾਕ, ਮਨ ਦਾ ਕੱਪੜਾ ਲੀੜਾ, ਮਨ ਦਾ ਰਹਿਣ ਵੀ ਜ਼ਰੂਰੀ ਆ। ਇਹਨਾਂ ਦਾ ਵੀ ਸਾਨੂੰ ਇਸ ਸੰਸਾਰ ਦੇ ਵਿੱਚ ਆ ਕੇ ਭੇਤ ਹੋਣਾ ਚਾਹੀਦਾ। ਕਿਉਂਕਿ ਮਾਲਕ ਨੇ ਜੋ ਕੁਛ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਵੀ ਜਿੱਥੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਰਦੇ ਹਾਂ, ਵੀ ਮਨੁੱਖਾਂ ਦੇ ਵੀ ਇੱਕ 84 ਲੱਖ ਜੂਨ ਦੇ ਵਿੱਚੋਂ ਹੀ ਆ। ਪਰ ਇਸ ਜੂਨ ਦੇ ਵਿੱਚ ਆ ਕੇ ਸਾਡੀ ਇੱਕ ਹੋਰ ਰਿਸਪੋਂਸੀਬਿਲਿਟੀ ਬਣਦੀ ਆ ਸਾਡੇ ਸਾਰੇ ਮਨਾਂ ਦੀ, ਵੀ ਜਿੱਥੇ ਜਾ ਕੇ ਅਸੀਂ ਉਹ ਸੁੱਖ ਸਹੂਲਤਾਂ ਨੂੰ ਮੰਨਣਾ ਹੁੰਦਾ ਜਿਹੜੀਆਂ ਸਾਡੇ ਮਾਲਕ ਨੇ ਸਾਡੇ ਲਈ ਪਰਲੋਕ ਦੇ ਵਿੱਚ ਰੱਖੀਆਂ ਨੇ। ਸਾਰੀਆਂ ਸੁੱਖ ਸਹੂਲਤਾਂ ਸਾਡੇ ਮਨ ਦੀਆਂ ਰੱਖੀਆਂ ਨੇ। ਜਿਵੇਂ ਮਹਾਰਾਜ ਗੁਰਬਾਣੀ ਦੇ ਵਿੱਚ ਦੱਸਦੇ ਨੇ, ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਵੀ ਜੇ ਉਸ ਮਾਲਕ ਦੇ ਨਾਮ ਨੂੰ ਮਨ ਦੇ ਵਿੱਚ ਵਸਾਵਾਂਗੇ, ਸਿਫਤ ਸਲਾਹ ਨੂੰ ਮਨ ਦੇ ਵਿੱਚ ਵਸਾਵਾਂਗੇ, ਤਾਂ ਹੀ ਉਸ ਸੁੱਖ ਸਹੂਲਤਾਂ ਨੂੰ ਉਸ ਇਲਾਕੇ ਦੇ ਵਿੱਚ ਮਾਣਿਆ ਜਾ ਸਕਦਾ। ਕਿਉਂਕਿ ਸਾਨੂੰ ਭੇਤ ਮਿਲੂਗਾ ਵੀ ਅਸੀਂ ਉੱਥੇ ਜਾਣਾ ਕਿਵੇਂ ਆ। ਅਤੇ ਉਹ ਰਾਸਤਾ ਅਸੀਂ ਸਾਰੇ ਸਾਫ਼ ਕਰਦੇ ਹਾਂ ਜਦੋਂ ਸਿਮਰਨ ਕਰਦੇ ਹਾਂ, ਸਾਰੇ ਰਲ ਕੇ ਆਪਣੇ ਆਪ ਨੂੰ ਵਿਚਾਰਾਂ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਆਪਾਂ ਵੀ ਥੋੜ੍ਹੇ ਕੁ ਸਮੇਂ ਲਈ ਸਾਰੇ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਵਾਜ਼ ਮਾਰੀਏ। ਸੋ ਬੜੇ ਹੀ ਪਿਆਰ ਦੇ ਨਾਲ ਸਾਰਿਆਂ ਨੇ ਨੇਤਰ ਬੰਦ ਕਰਨੇ ਨੇ ਅਤੇ ਅੱਗੇ ਮਾਲਕ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਆਵਾਜ਼ ਮਾਰਨੀ ਆ। ਸੋ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਵਾਹਿਗੁਰੂ
ਹੌਲੀ ਹੌਲੀ ਸਲੋ ਹੁੰਦੇ ਜਾਓ। ਵਾਹ, ਹੋਰ ਸਲੋ ਹੁੰਦੇ ਜਾਓ। ਵਾਹ, ਹੁਣ ਮੂੰਹੋਂ ਬੋਲਣਾ ਬੰਦ ਕਰ ਦਿਓ ਜੀ। ਧਿਆਨ ਦੇ ਵਿੱਚ ਬੈਠ ਜਾਓ ਸਾਰੇ ਜਾਣੇ। ਨੇਤਰ ਨਹੀਂ ਕਿਸੇ ਨੇ ਵੀ ਖੋਲ੍ਹਣੇ। ਬੜੇ ਹੀ ਪਿਆਰ ਦੇ ਨਾਲ ਸਾਰਿਆਂ ਨੇ ਨੇਤਰ ਖੋਲ੍ਹਣੇ ਨੇ, ਨੇੜੇ ਤੋਂ ਨੇੜੇ ਖਾਲੀ ਖਲਾ ਨੂੰ ਦੇਖਦੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਨੂੰ ਥਿਰ ਕਰਦੇ ਹਾਂ, ਆਪਣੇ ਆਪ ਦੇ ਨੇੜੇ ਲੈ ਕੇ ਆਉਂਦੇ ਹਾਂ, ਫਿਰ ਸਾਡੇ ਮਨ ਨੂੰ ਸੋਝੀ ਆਉਣੀ ਸ਼ੁਰੂ ਹੁੰਦੀ ਆ। ਕਿਉਂਕਿ ਦੇਖੋ, ਹੁਣ ਤੱਕ ਆਪਾਂ ਨੂੰ ਪਤਾ ਹੀ ਨਹੀਂ ਸੀ ਵੀ ਮਨ ਦਾ ਵੀ ਖਾਣਾ ਪੀਣਾ ਅਲੱਗ, ਕੱਪੜਾ ਲੀੜਾ ਮਨ ਦਾ, ਰਹਿਣਾ ਮਨ ਦਾ, ਮਾਤਾ ਪਿਤਾ, ਇਹ ਸਾਰਾ ਗਿਆਨ ਹੀ ਨਹੀਂ ਸੀ ਸਾਡੇ ਮਨ ਨੂੰ। ਕਿਉਂ? ਕਿਉਂਕਿ ਸਾਡਾ ਮਨ ਵਿਚਾਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੋਇਆ ਸੀ। ਜਿਵੇਂ ਮਹਾਰਾਜ ਦੱਸਦੇ ਨੇ ਗੁਰਬਾਣੀ ਦੇ ਵਿੱਚ, ਤਿਹੀ ਗੁਣੀ ਸੰਸਾਰ ਭਰਮ ਸੁੱਤਿਆ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਵਿਚਾਰਾਂ ਦੇ ਵਿੱਚ ਸੁੱਤੇ ਹੋਏ ਕਾਰਨ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਇੱਕ ਬਹੁਤ ਕੀਮਤੀ ਖਜ਼ਾਨਾ ਸਵਾਸਾਂ ਦਾ ਨਾਲ ਲੈ ਕੇ ਸੰਸਾਰ ਦੇ ਵਿੱਚ ਆਏ ਹਾਂ। ਅਤੇ ਇਹ ਵੀ ਨਹੀਂ ਸੀ ਪਤਾ ਅਸੀਂ ਕਿੱਥੋਂ ਆਏ ਹਾਂ ਅਤੇ ਜਾਣਾ ਕਿੱਥੇ ਹੈ ਅਤੇ ਕਰਨ ਕੀ ਆਏ ਹਾਂ। ਕਿਉਂਕਿ ਸਾਡੇ ਮਨ ਵਿਚਾਰਾਂ 'ਚ ਸੁੱਤੇ ਹੋਏ ਸੀ। ਪਰ ਜਦੋਂ ਸਾਡਾ ਮਨ ਸੱਚ ਦੀ ਸੰਗਤ ਦੇ ਵਿੱਚ ਆਉਂਦਾ, ਕਿਉਂਕਿ ਉੱਥੇ ਆਪ ਮਾਲਕ ਬਿਰਾਜਮਾਨ ਹੁੰਦਾ, ਕਿਉਂਕਿ ਜਿਹਨੂੰ ਯਾਦ ਕਰਦੇ ਹਾਂ ਉਹੀ ਉੱਥੇ ਹਾਜ਼ਰ ਹੁੰਦੇ ਨੇ। ਜਿਵੇਂ ਮਹਾਰਾਜ ਦੱਸਦੇ ਨੇ, ਮਿਲ ਸਤਸੰਗ ਪ੍ਰਭ ਜੋਤ ਦਸਾਈ, ਵਿੱਚ ਸਤਸੰਗ ਹਰ ਪ੍ਰਭ ਵਸੈ ਜੀ। ਵੀ ਸਤਸੰਗ ਦੇ ਵਿੱਚ ਮਾਲਕ ਆਪ ਵਸਦਾ। ਅਤੇ ਇਸੇ ਤਰ੍ਹਾਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸਿਆ, ਕਹਿੰਦੇ ਜਦੋਂ ਸਾਡਾ ਮਨ ਸੰਗਤ ਦੇ ਵਿੱਚ ਆ ਕੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ, ਜਿਸ ਤਰ੍ਹਾਂ ਆਪਾਂ ਸਾਰੇ ਸਿੱਖਿਆਰਥੀ ਐਜ਼ ਏ ਸਟੂਡੈਂਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਸਾਡੇ ਪੂਰੇ ਗੁਰੂ ਸਤਿਗੁਰ ਨੇ ਸਾਰੀ ਸ੍ਰਿਸ਼ਟੀ ਦੇ, ਫਿਰ ਅੱਗੇ ਸਾਨੂੰ ਮਾਲਕ ਨੇ ਪੂਰੇ ਟੀਚਰ ਦੇ ਚਰਨਾਂ ਦੇ ਨਾਲ ਵੀ ਜੋੜਿਆ। ਅਤੇ ਫਿਰ ਇਹ ਜਿਹੜਾ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਮਨ ਆ, ਇਹ ਜਾਗਣਾ ਸ਼ੁਰੂ ਹੋ ਜਾਂਦਾ। ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਫਿਰ ਜਦੋਂ ਜਾਗਣਾ ਸ਼ੁਰੂ ਹੁੰਦਾ, ਇਸ ਮਨ ਨੂੰ ਸਾਰਾ ਭੇਤ ਆਉਣਾ ਸ਼ੁਰੂ ਹੁੰਦਾ। ਕਿਉਂਕਿ ਦੇਖੋ, ਆਪਾਂ ਨੂੰ ਸੰਗਤ ਦੇ ਵਿੱਚ ਇੱਕ ਵਾਰੀ ਨਹੀਂ ਆਉਣ ਨੂੰ ਕਿਹਾ, ਆਪਾਂ ਵਾਰ-ਵਾਰ ਆਉਂਦੇ ਹਾਂ। ਕਿਉਂ ਆਉਂਦੇ ਹਾਂ? ਕਿਉਂਕਿ ਸਾਡੇ ਮਨ ਦੇ ਵਿੱਚ ਦ੍ਰਿੜਤਾ ਆ ਜੇ। ਜਿਵੇਂ ਮਹਾਰਾਜ ਨੇ ਦੱਸਿਆ, ਕਹਿੰਦੇ ਸੋ ਗੁਰੂ ਕਰੋ ਜੋ ਸਾਚ ਦ੍ਰਿੜਾਵੇ, ਅਕਥ ਕਥਾਵੇ ਨਾਮ ਜਪਾਵੇ। ਵੀ ਵਾਰ-ਵਾਰ ਜਦੋਂ ਅਸੀਂ ਇਸ ਕਹਾਣੀ ਨੂੰ ਸੁਣਦੇ ਹਾਂ, ਸਾਡੇ ਮਨ ਦੇ ਵਿੱਚ ਇੱਕ ਵਿਸ਼ਵਾਸ ਵੱਜਣਾ ਸ਼ੁਰੂ ਹੋ ਜਾਂਦਾ, ਕਿਹਦੇ ਪ੍ਰਤੀ? ਜਿਹੜਾ ਦਿਖਦਾ ਨਹੀਂ ਹੈਗਾ, ਜਿਹੜਾ ਸੂਖਮ ਆ, ਕਿਉਂਕਿ ਉਹਦੇ 'ਤੇ ਛੇਤੀ ਵਿਸ਼ਵਾਸ ਨਹੀਂ ਵੱਜਦਾ। ਜਿਵੇਂ ਮਹਾਰਾਜ ਦੱਸਦੇ ਨੇ, ਕਹਿੰਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਏ। ਵੀ ਵਾਰ-ਵਾਰ ਜਦੋਂ ਅਸੀਂ ਆਪਦੇ ਗੁਰੂ ਨੂੰ ਸਿਮਰਦੇ ਹਾਂ, ਮਾਲਕ ਨੂੰ ਸਿਮਰਦੇ ਹਾਂ, ਤਾਂ ਇਹ ਸੁੱਤਾ ਹੋਇਆ ਮਨ ਜਾਗਣਾ ਸ਼ੁਰੂ ਹੋ ਜਾਂਦਾ, ਜਿਹੜਾ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਵਿਚਾਰਾਂ ਦੇ ਵਿੱਚ। ਅਤੇ ਜਦੋਂ ਜਾਗਣਾ ਸ਼ੁਰੂ ਹੁੰਦਾ, ਫਿਰ ਸਾਡੇ ਮਨ ਨੂੰ ਸਾਰਾ ਭੇਤ ਆਉਂਦਾ ਵੀ ਸਵਾਸ ਨੇ ਜਿਹੜੇ ਬੜੇ ਕੀਮਤੀ ਨੇ, ਜਿਹੜੇ ਮੈਨੂੰ ਬੜੇ ਜੁੱਗਾਂ ਜੁੱਗਾਂ ਬਾਅਦ ਮਿਲੇ ਨੇ ਮਨੁੱਖਾ ਦੇਹ ਦੇ ਵਿੱਚ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨੁਖ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ,
ਸਿਮਰਤ ਕਹੇ ਨਹੀਂ। ਫਿਰ ਜਾਗਿਆ ਹੋਇਆ ਮਨ ਤੜਫ ਕਰਦਾ ਉਸ ਮਾਲਕ ਦੇ ਪ੍ਰਤੀ ਵੀ ਕਿਤੇ ਇਹ ਮੇਰਾ ਜਨਮ ਆ ਜਿਹੜਾ ਮਾਲਕ ਤੋਂ ਮਿਲਾਪ ਤੋਂ ਬਿਨਾਂ ਬਿਰਥਾ ਨਾ ਜਾਵੇ। ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ 84 ਲੱਖ ਜੂਨ ਦੇ ਵਿੱਚੋਂ ਆਏ ਆ, ਵੀ ਇਹੀ ਇੱਕ ਪੌੜੀ ਦਾ ਅਖੀਰਲਾ ਟੰਬਾ, ਵੀ ਜੇ ਇੱਥੋਂ ਵੀ ਖਿਸਕ ਗਏ ਤਾਂ ਮੁੜ ਕੇ ਇੱਥੇ ਵਾਪਸ ਨਹੀਂ ਆਇਆ ਜਾਣਾ। 184 ਜੂਨ ਸਬਾਈ ਮਾਨਸ ਜਾਤ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ। ਫਿਰ ਮਨ ਇਕੱਲੇ ਇਕੱਲੇ ਸਾਹ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ। ਫਿਰ ਆਪਣਾ, ਕਿਉਂਕਿ ਦੇਖੋ ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਵੀ ਦੇਖਦੇ ਹਾਂ ਵੀ ਜੇ ਆਪਾਂ ਆਪਣੇ ਤਨ ਨੂੰ ਚੰਗੀ ਖੁਰਾਕ ਨਾ ਦਈਏ, ਸਾਫ ਸੁਥਰਾ ਕੱਪੜਾ ਲੀੜਾ ਨਾ ਪਹਿਨੀਏ, ਸਾਫ ਸੁਥਰੀ ਜਗ੍ਹਾ 'ਤੇ ਨਾ ਰੱਖੀਏ, ਤੇ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਸਾਡਾ ਮਨ ਵੀ ਜਦੋਂ ਆਪਣੇ ਲਿਬਾਸ ਤੋਂ, ਆਪਣੀ ਖੁਰਾਕ ਤੋਂ ਵਾਂਝਾ ਰਹਿ ਜਾਂਦਾ, ਇਹ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ, ਜਿੱਥੇ ਆ ਕੇ ਇਹ ਬਿਖਰ ਜਾਂਦਾ ਇਸ ਸੰਸਾਰ ਦੇ ਵਿੱਚ, ਸੰਸਾਰ ਦੇ ਫੁਰਨਿਆਂ 'ਚ, ਖਿਆਲਾਂ 'ਚ, ਜਿੱਥੇ ਵਹਿਮ ਭਰਮ ਕਰਦਾ, ਨਿੱਕੀ ਨਿੱਕੀ ਗੱਲ 'ਤੇ ਮਨ ਡਰਦਾ ਵਾ। ਪਰ ਜਦੋਂ ਸਾਨੂੰ ਭੇਤ ਆ ਜਾਂਦਾ, ਅਸੀਂ ਆਪਣੇ ਮਨ ਨੂੰ ਵੀ ਖੁਰਾਕ ਦਿੰਦੇ ਹਾਂ, ਨਾਲ ਲਿਬਾਸ ਵੀ ਪਹਿਨਦੇ ਹਾਂ, ਕਿਉਂਕਿ ਉਹ ਲਿਬਾਸ ਸਾਡੇ ਤੋਂ ਖੁਦ ਤੋਂ ਨਹੀਂ ਪਹਿਨਿਆ ਜਾਂਦਾ, ਮਾਲਕ ਦੀ ਸਿਫਤ ਦਾ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਉਦੋਂ ਹੀ ਉਹ ਪਹਿਨਿਆ ਜਾਂਦਾ। ਜਿਵੇਂ ਆਪਾਂ ਦੇਖੋ ਬਾਹਰੀ ਤੌਰ 'ਤੇ ਦੇਖਦੇ ਹਾਂ, ਕਈ ਕੰਟਰੀਆਂ ਦੇ ਵਿੱਚ ਜਦੋਂ ਫਸੇ ਹੋਏ ਲੋਕਾਂ ਨੂੰ ਕੱਢਦੇ ਨੇ ਬਾਰਡਰਾਂ 'ਤੇ, ਉਹ ਲਿਬਾਸ ਚੇਂਜ ਕਰਕੇ ਕੱਢਦੇ ਨੇ ਵੀ ਪਤਾ ਨਾ ਲੱਗੇ। ਇਸੇ ਤਰ੍ਹਾਂ ਜਦੋਂ ਸਾਡਾ ਮਨ ਵੀ ਗੁਰੂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਤਾਂ ਸਾਨੂੰ ਵੀ ਉਹ ਮਾਲਕ ਦੀ ਸਿਫਤ ਸਲਾਹ ਦਾ ਕੱਪੜਾ ਬਖਸ਼ਦੇ ਨੇ, ਜਿਹੜਾ ਸਿਫਤ ਸਲਾਹ ਦਾ ਚੋਲਾ ਪਹਿਨ ਕੇ ਸਾਡੇ ਮਨ ਇਸ ਕਾਲ ਦੇ ਇਲਾਕੇ 'ਚੋਂ ਬਾਹਰ ਜਾਂਦੇ ਨੇ, ਜਿੱਥੇ ਜਨਮਾਂ ਜਨਮਾਂ ਦੇ ਸਾਡੇ ਮਨ ਫਸੇ ਹੋਏ ਨੇ, ਜੰਮਣ ਮਰਨ ਦੇ ਵਿੱਚ, ਦੁੱਖਾਂ ਦੇ ਵਿੱਚ। ਫਿਰ ਕਿਉਂਕਿ ਦੇਖੋ ਪਰਮਾਤਮਾ, ਜਿਵੇਂ ਆਪਾਂ ਅਕਥ ਕਹਾਣੀ ਦੇ ਵਿੱਚ ਵੀ ਸੁਣਿਆ ਗੁਰਮੁਖਾਂ ਤੋਂ, ਵੀ ਜਦੋਂ ਮਾਲਕ ਦਾ ਜਨ ਅੰਤਮ ਸਮੇਂ ਜਾਂਦਾ ਵਾ ਇਸ ਸੰਸਾਰ ਤੋਂ, ਵੀ ਕਿਵੇਂ ਤੂਰ ਵੱਜਦੇ ਜਾਂਦੇ ਨੇ, ਰਾਹ ਖਾਲੀ ਕਰ ਦਿੰਦੇ ਨੇ। ਇਸੇ ਤਰ੍ਹਾਂ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਦਾ ਲਿਬਾਸ ਮਨ ਬੱਚਿਆਂ ਨੇ ਪਹਿਨਿਆ ਹੁੰਦਾ ਤਾਂ ਇਹ ਜੰਮ ਵੀ, ਇਹ ਕਾਲ ਵੀ ਪਿੱਛੇ ਹਟ ਜਾਂਦਾ, ਰਾਹ ਖਾਲੀ ਕਰ ਦਿੱਤੇ ਜਾਂਦੇ ਨੇ। ਵੀ ਮਾਲਕ ਨੂੰ ਤਾਈਓਂ ਸਭ ਤੋਂ ਉੱਚਾ ਕਿਹਾ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਈ। ਵੀ ਜੇ ਉਸ ਉੱਚੇ ਦੇ ਨਾਲ ਸਾਡੇ ਮਨ ਵੀ ਇਸ ਸੰਸਾਰ ਦੇ ਵਿੱਚ ਆ ਕੇ ਜੁੜ ਜਾਣਗੇ ਤਾਂ ਉਸ ਉੱਚੇ ਵਰਗੀ ਬਣ ਜਾਣਗੇ, ਜਿਨ ਹਰ ਜਪਿਆ ਸੇ ਹਰ ਹੋਏ। ਸੋ ਇਸ ਤਰ੍ਹਾਂ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ, ਕਹਿੰਦੇ ਜਿਹੜੇ ਪਰਲੋਕ ਦੇ ਵਿੱਚ ਸਾਡੇ ਮਨ ਰਹਿਣ ਵਾਲੇ ਨੇ, ਵੀ ਉੱਥੇ ਸਦਾ ਹੀ ਮਾਲਕ ਨੇ ਖੁਸ਼ੀਆਂ ਜਿਹੜੀਆਂ ਵਡਿਆਈਆਂ ਨੇ ਆਪਣੇ ਬੱਚਿਆਂ ਲਈ ਰੱਖੀਆਂ ਨੇ। ਉੱਥੇ ਸਦ ਵਡਿਆਈਆਂ, ਸਦ ਖੁਸ਼ੀਆਂ, ਸਦ ਚਾਓ, ਨਾਨਕ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਵੀ ਪਰ ਉਹ ਜਿਸ ਇਲਾਕੇ ਦੇ ਵਿੱਚ ਸਦਾ ਹੀ ਖੁਸ਼ੀਆਂ ਨੇ, ਸਦਾ ਹੀ ਵਡਿਆਈਆਂ ਨੇ ਉਹਦੇ ਆਪਦੇ ਮਨ ਬੱਚਿਆਂ ਲਈ, ਵੀ ਪਰ ਉਹਨਾਂ ਬੱਚਿਆਂ ਨੂੰ ਹੀ ਉਹ ਮਿਲਦੀਆਂ ਨੇ ਜਿਨ੍ਹਾਂ ਦੇ ਮਸਤਕ 'ਤੇ ਪਰਮਾਤਮਾ ਦੇ ਨਾਮ ਦੇ ਟਿੱਕੇ ਲੱਗੇ ਹੋਣ। ਸੋ ਆਪਾਂ ਵੀ ਦੇਖੋ ਜੇ ਸੰਗਤ ਦੇ ਵਿੱਚ ਆ ਕੇ ਸਿਮਰਨ ਕਰਨ ਦਾ ਭੇਤ ਲੈ ਲਿਆ, ਮਾਲਕ ਦੇ ਨਾਮ ਦਾ ਭੇਤ ਲੈ ਲਿਆ, ਨਾਮ 'ਤੇ ਭਰੋਸਾ ਆ ਗਿਆ ਵੀ ਇਹ ਮਾਲਕ ਦੀ ਆਵਾਜ਼ ਆ, ਅਤੇ ਉਹਦੇ ਨਾਲ ਜੁੜ ਗਏ, ਉਹਨੂੰ ਹਿਰਦੇ 'ਚ ਵਸਾਉਣਾ ਸ਼ੁਰੂ ਕਰ ਦਿੱਤਾ, ਤਾਂ ਸਾਡੇ ਵੀ ਮਸਤਕ 'ਤੇ ਉਹ ਨਾਮ ਦੇ ਟਿੱਕੇ ਲੱਗਦੇ ਨੇ। ਅਸੀਂ ਵੀ ਉਹਨਾਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦੇ ਹਾਂ ਜਿਹੜੀਆਂ ਖੁਸ਼ੀਆਂ ਮਾਲਕ ਨੇ ਉਸ ਨਿੱਜ ਮਹਿਲ ਦੇ ਵਿੱਚ ਰੱਖੀਆਂ ਨੇ। ਕਿਉਂਕਿ ਦੇਖੋ ਹੁਣ ਤੱਕ ਸਾਡੇ ਮਨਾਂ ਨੂੰ ਵਿਚਾਰਾਂ ਦੇ ਵਿੱਚ ਸੁੱਤੇ ਹੋਏ ਕਾਰਨ ਇਸ ਸੰਸਾਰ ਦਾ ਹੀ ਭੁਲੇਖਾ ਰਿਹਾ ਵੀ ਸ਼ਾਇਦ ਖੁਸ਼ੀਆਂ ਨੇ ਜਿਹੜੀਆਂ ਇੱਥੇ ਨੇ। ਦੇਖੋ ਆਪਾਂ ਆਪਣੇ ਆਪ ਨੂੰ ਚੈੱਕ ਕਰੀਏ ਵੀ ਜਦੋਂ ਗਿਆਨ ਨਹੀਂ ਸੀ ਤਾਂ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਖੁਸ਼ੀਆਂ ਦੇਖਦੇ ਸੀ, ਸ਼ਾਇਦ ਇਹਨਾਂ ਚੀਜ਼ਾਂ 'ਚ ਹੀ ਖੁਸ਼ੀਆਂ ਨੇ, ਕਿਉਂਕਿ ਇੱਕ ਭਰਮ ਸੀ, ਇੱਕ ਭੁਲੇਖਾ ਸੀ। ਜਿਵੇਂ ਮਹਾਰਾਜ ਗੁਰਬਾਣੀ ਦੇ ਵਿੱਚ ਦੱਸਦੇ ਨੇ, ਕਹਿੰਦੇ ਸਭ ਕੁਛ ਘਰ ਮੈਂ, ਵੀ ਸਾਰਾ ਕੁਛ ਸਾਡੇ ਆਪ ਦੇ ਘਰ ਦੇ ਵਿੱਚ ਆ ਮਾਲਕ ਨੇ ਰੱਖਿਆ ਹੋਇਆ,
ਵੀ ਇਹ ਇਲਾਕਾ, ਜਿਸ ਇਲਾਕੇ ਦੇ ਵਿੱਚ ਸਾਡੇ ਮਨ ਸਵੇਰ ਵਿਚਰਦੇ ਨੇ ਸਵਾਸਾਂ ਨੂੰ ਲੈ ਕੇ, ਵੀ ਇਹ ਇਲਾਕਾ ਬੇਗਾਨਾ ਵਾ, ਪਰ ਸਾਡੇ ਮਨ ਨੂੰ ਭੁਲੇਖਾ ਪੈਣ ਕਾਰਨ ਵੀ ਖੁਸ਼ੀਆਂ ਨੇ ਜਿਹੜੀਆਂ ਇਹ ਸੰਸਾਰ ਦੇ ਪਦਾਰਥਾਂ 'ਚੋਂ ਲੱਭਦੇ ਨੇ। ਪਰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਭੇਤ ਦਿੱਤਾ ਵੀ ਜੇ ਅਸੀਂ ਜਿਉਂਦੇ ਜੀ ਰਹਿ ਕੇ ਉਹਨਾਂ ਖੁਸ਼ੀਆਂ ਨੂੰ, ਆਪਦੇ ਘਰ ਦੀਆਂ ਖੁਸ਼ੀਆਂ ਨੂੰ ਲੱਭ ਲਈਏ ਤਾਂ ਉੱਥੇ ਵੀ ਖੁਸ਼ੀਆਂ ਨੇ, ਇਸ ਸੰਸਾਰ ਦੇ ਵਿੱਚ ਵੀ ਖੁਸ਼ੀਆਂ ਨੇ। ਵੀ ਜਿਸ ਤਰ੍ਹਾਂ ਮਹਾਰਾਜ ਦੱਸਦੇ ਨੇ, ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਪਰਮ ਭੁਲਾਹੀਂ, ਗੁਰ ਪ੍ਰਸਾਦੀ ਜਿਨ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਵੀ ਉੱਧਰ ਵੀ ਖੁਸ਼ੀਆਂ ਮਿਲਣਗੀਆਂ ਫਿਰ ਸਾਡੇ ਮਨ ਨੂੰ, ਇੱਧਰ ਵੀ। ਜਿਵੇਂ ਮਹਾਰਾਜ ਦੱਸਦੇ ਨੇ, ਕਹਿੰਦੇ ਘਰ ਸੁਖ ਬਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਅਤੇ ਆਪਾਂ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਮਾਲਕ ਨੂੰ, ਮਾਲਕ ਦੇ ਨਾਮ ਨੂੰ, ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ। ਕਿਉਂ? ਵੀ ਸਾਡੇ ਮਨ ਨੇ ਜਿਹੜੇ ਫੁਰਨਿਆਂ ਤੋਂ ਰਹਿਤ ਹੋ ਜਾਣ, ਸਾਡੇ ਮਨ ਉਹ ਸਮਾਂ ਆਉਣ ਤੋਂ ਪਹਿਲਾਂ ਜਾਗ ਜਾਣ, ਵੀ ਸਾਡੇ ਮਨ ਨੂੰ ਉਹ ਥਾਂ ਦਾ ਭੇਤ ਆ ਜੀ ਵੀ ਅਸੀਂ ਕਿਵੇਂ ਉੱਥੇ ਆਉਣਾ ਜਾਣਾ ਬਣਾਉਣਾ ਸਿੱਖਣਾ ਵਾ ਜਿਉਂਦੇ ਜੀ ਰਹਿ ਕੇ। ਵੀ ਕਿਤੇ ਇਹ ਨਾ ਹੋਵੇ ਵੀ ਸਾਡਾ ਇੱਥੋਂ ਸਮਾਂ ਮੁੱਕ ਜੇ ਅਤੇ ਅਸੀਂ ਆਪਦੀ ਥਾਂ ਨੂੰ ਲੱਭ ਹੀ ਨਾ ਪਾਈਏ ਜਿਉਂਦੇ ਜੀ ਰਹਿ ਕੇ। ਕਿਉਂਕਿ ਉੱਥੇ ਮਹਾਰਾਜ ਨੇ ਦੱਸਿਆ, ਕਹਿੰਦੇ ਵੀ ਸੁੱਚੇ ਹੋ ਕੇ ਜਾਇਆ ਜਾਣਾ। ਵੀ ਜੇ ਸਾਡੀਆਂ ਸੁਰਤੀਆਂ ਸੁੱਚੀਆਂ ਹੋਣਗੀਆਂ, ਨਿਰਮਲ ਹੋਣਗੀਆਂ, ਤਾਂ ਹੀ ਉੱਥੇ ਐਂਟਰੀ ਸਾਡੇ ਮਨ ਦੀ ਹੋਣੀ ਆ। ਅਤੇ ਸਾਡੇ ਮਨ ਦੇ ਵਿੱਚ ਸੰਸਾਰੀ ਖਿਆਲ, ਫੁਰਨੇ, ਵਿਚਾਰ ਨੇ, ਸੰਸਾਰ ਦੀ ਮੈਲ ਆ, ਤਾਂ ਜਾਇਆ ਨਹੀਂ ਜਾਣਾ, ਕਿਉਂਕਿ ਉਹਨੇ ਸਾਡੇ ਮਨ ਨੂੰ ਥੱਲੇ ਖਿੱਚ ਲੈਣਾ। ਅਤੇ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਲਈ ਆਪਾਂ ਸਾਰੇ ਸਿਮਰਨ ਕਰਦੇ ਹਾਂ ਵੀ ਆਪਣੇ ਮਨ ਨੂੰ ਥਿਰ ਕਰ ਲਈਏ, ਕਿਉਂਕਿ ਥਿਰ ਘਰ ਦੇ ਵਿੱਚ ਤਾਂ ਹੀ ਜਾਇਆ ਜਾਣਾ ਨਾ ਜੇ ਸਾਡਾ ਮਨ ਥਿਰ ਹੋਊਗਾ। ਅਤੇ ਜੇ ਸੱਚ ਨੂੰ ਮਿਲਣਾ, ਮਹਾਰਾਜ ਨੇ ਕਿਹਾ, ਕਹਿੰਦੇ ਅੰਦਰੋਂ ਸੁੱਚੇ ਹੋਣਾ ਪੈਣਾ। ਵੀ ਤਨ ਸੂਚਾ ਸੋ ਆਖੀਏ ਜਿਸ ਮੈਂ ਸੱਚਾ ਨਾਉ। ਵੀ ਅਸਲ ਦੇ ਵਿੱਚ ਤਨ ਵੀ ਕਹਿੰਦੇ ਉਹੀ ਸੁੱਚਾ ਵਾ ਜਿਹਦੇ ਅੰਦਰ ਸੱਚ ਦਾ, ਪਰਮਾਤਮਾ ਦਾ ਨਾਮ ਆ ਕੇ ਵਸ ਗਿਆ। ਸੁੱਚੇ ਸੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਪਰ ਉਹ ਸੁੱਚੇ ਸਾਨੂੰ ਹੋਣ ਨਹੀਂ ਦਿੰਦਾ। ਕੌਣ ਨਹੀਂ ਹੋਣ ਦਿੰਦਾ? ਕਾਲ। ਕਿਉਂਕਿ ਉਹਦੇ ਇਲਾਕੇ ਦੇ ਵਿੱਚ ਉਹ ਆਪਣੀ ਮਾਇਆ ਦਾ ਪ੍ਰਭਾਵ ਪਾਉਂਦਾ ਕਿਸੇ ਨਾ ਕਿਸੇ ਤਰੀਕੇ। ਸਾਡੇ ਮਨ ਨੂੰ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਸਹੀ ਕਰ ਰਹੇ ਹਾਂ ਕਿ ਗਲਤ। ਉਦੋਂ ਅਸੀਂ ਸਮਝਦੇ ਵੀ ਸ਼ਾਇਦ ਸਹੀ ਹੋ ਰਿਹਾ ਸਾਰਾ ਕੁਛ। ਕਿਉਂਕਿ ਦੇਖੋ, ਜਦੋਂ ਕ੍ਰੋਧ ਆਉਂਦਾ, ਉਹ ਕ੍ਰੋਧੀ ਬੰਦਾ, ਉਹਨੂੰ ਐਂ ਲੱਗਦਾ ਵੀ ਜੋ ਮੈਂ ਫੈਸਲਾ ਲੈ ਰਿਹਾ ਉਹ ਸਹੀ ਹੀ ਆ ਮੇਰਾ ਫੈਸਲਾ, ਪਰ ਸਮਾਂ ਲੰਘਣ ਤੋਂ ਬਾਅਦ ਲੱਗਦਾ ਵੀ ਮੈਂ ਗਲਤੀ ਕਰ ਬੈਠਾ। ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਜਦੋਂ ਗਿਆਨ ਨਹੀਂ ਹੁੰਦਾ, ਗੁਰੂ ਦੀ ਮੱਤ ਨਹੀਂ ਹੁੰਦੀ, ਤਾਂ ਇਹ ਵੀ ਕਾਲ ਦੀਆਂ ਸੋਚਾਂ, ਜੋ ਮਾਇਆ ਦੀਆਂ ਸੋਚਾਂ ਨੇ, ਫੁਰਨੇ ਨੇ, ਇਹਨਾਂ ਨੂੰ ਸਹੀ ਸਮਝਦਾ, ਸ਼ਾਇਦ ਮੈਂ ਸਹੀ ਕਰ ਰਿਹਾ ਸਾਰਾ ਕੁਛ। ਪਰ ਜਦੋਂ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋਊਗਾ, ਗਿਆਨ ਦਾ ਸੁਰਮਾ ਪਾਵਾਂਗੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਗੁਰ ਕਿਰਪਾ ਤੇ ਹਰ ਭੇਟਿਆ ਨਾਨਕ ਮਨ ਪ੍ਰਕਾਸ਼। ਵੀ ਫਿਰ ਸਾਨੂੰ ਚਾਨਣ ਹੋ ਜਾਊਗਾ ਇਸ ਸੰਸਾਰ ਦਾ, ਵੀ ਕਿੱਥੋਂ ਸਾਡੇ ਮਨ ਨੂੰ ਉਲਝਾਇਆ ਜਾ ਰਿਹਾ, ਵੀ ਕਿੱਥੋਂ ਸਾਡੇ ਮਨ ਨੂੰ ਮੈਲ ਚੜਾਈ ਜਾ ਰਹੀ ਆ, ਜਿਹੜਾ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਇਹ ਬੇਲੋੜੇ ਫੁਰਨੇ ਲੈ ਰਹੇ ਹਾਂ ਇਸ ਸੰਸਾਰ ਦੇ ਵਿੱਚ। ਫਿਰ ਜਦੋਂ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਆਪਣੇ ਮਨ ਨੂੰ ਘੜਦੇ ਹਾਂ, ਸ਼ਬਦ ਦੇ ਨਾਲ ਜੁੜ ਕੇ, ਘੜੀਏ ਸੁਰਤ ਮਤ ਮਨ ਬੁੱਧ, ਘੜੀਏ ਸ਼ਬਦ ਸੱਚੀ ਟਕਸਾਲ, ਨਾਨਕ ਨਦਰੀ ਨਦਰ ਨਿਹਾਲ। ਜਿਵੇਂ ਜਿਵੇਂ ਬਰੀਕ ਹੁੰਦੇ ਜਾਂਦੇ ਹਾਂ, ਸਾਡੇ ਮਨ ਨੂੰ ਸਾਰਾ ਭੇਤ ਆਉਂਦਾ ਜਾਂਦਾ ਇਹ ਖੇਡ ਦਾ, ਵੀ ਕਿੱਥੋਂ ਕਾਲ ਸਾਡੇ ਮਨ 'ਤੇ ਹਮਲਾ ਕਰਦਾ ਮਾਇਆ ਦੇ। ਫਿਰ ਉਹ ਤੋਂ ਅਸੀਂ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਸੁੱਚਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਮਹਾਰਾਜ ਨੇ ਦੱਸਿਆ, ਕਹਿੰਦੇ ਸਾਡਾ ਮਨ ਇੱਕ ਭਾਂਡੇ ਦੀ ਤਰ੍ਹਾਂ ਵਾ, ਜਿੱਥੇ ਆ ਕੇ ਨਾਮ ਨੇ ਟਿਕਣਾ। ਜਿਵੇਂ ਅਸੀਂ ਇੱਥੇ ਦੁਨਿਆਵੀ ਉਦਾਹਰਨ ਲੈਂਦੇ ਹੁੰਦੇ ਵੀ ਸ਼ੇਰਨੀ ਦਾ ਦੁੱਧ ਆ, ਵੀ ਜੇ ਆਪਾਂ ਉਹਨੂੰ ਕਿਸੇ ਹੋਰ ਬਰਤਨ ਦੇ ਵਿੱਚ ਪਾ ਦਈਏ ਆਮ 'ਚ, ਤਾਂ ਉੱਥੇ ਉਹ ਖਰਾਬ ਹੋ ਜਾਂਦਾ ਐਟ ਏ ਟਾਈਮ। ਪਰ ਜੇ ਹੀ ਉਹਨੂੰ ਸੋਨੇ ਦੇ ਬਰਤਨ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਉਹ ਖਰਾਬ ਨਹੀਂ ਹੁੰਦਾ। ਅਤੇ ਸਾਡਾ ਮਨ ਵੀ, ਜੋ ਸਾਨੂੰ ਸਾਡਾ ਸਰੂਪ ਗੁਰਬਾਣੀ ਦੇ ਵਿੱਚ ਦੱਸੇ ਵੀ ਇਹ ਵੀ ਇੱਕ ਪ੍ਰਕਾਸ਼ ਦੀ ਤਰ੍ਹਾਂ, ਹੀਰੇ ਦੀ ਤਰ੍ਹਾਂ। ਪਰ ਕਦੋਂ?
ਜਦੋਂ ਮੱਤ ਦੇ ਵਿੱਚ ਗੁਰੂ ਦੀ ਸਿੱਖਿਆ ਆ ਜੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੇ ਸ਼ਰਨ ਦੇ ਵਿੱਚ ਆ ਕੇ ਆਪਾਂ ਇੱਕ ਦੀ ਸਿੱਖਿਆ ਨੂੰ ਸੁਣ ਲਿਆ ਤਾਂ ਸਾਡਾ ਮਨ ਵੀ ਹੀਰੇ ਜਵਾਹਰਾਤ ਰਤਨਾਂ ਦੇ ਬਰਾਬਰ ਦੱਸਿਆ ਗਿਆ। ਫਿਰ ਉਹਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਟਿਕਦਾ। ਅਤੇ ਜਿਸ ਖਜ਼ਾਨੇ ਨੂੰ ਇਕੱਠਾ ਕਰਨ ਲਈ ਸਾਡੇ ਮਨ ਇਸ ਸੰਸਾਰ ਦੇ ਵਿੱਚ ਆਏ ਨੇ ਵਪਾਰ ਕਰਨ, ਅਤੇ ਫਿਰ ਜਦੋਂ ਜਾਗ ਜਾਂਦੇ ਨੇ ਫਿਰ ਇਕੱਲੇ ਇਕੱਲੇ ਸਾਹ ਦੇ ਨਾਲ ਮਨ ਨੇ ਜਿਹੜੇ ਇਸ ਸੰਸਾਰ ਦੇ ਵਿੱਚ ਉਸ ਨਾਮ ਦਾ ਵਪਾਰ ਕਰਦੇ ਨੇ, ਜਿਸ ਵਪਾਰ ਕਰਨ ਨੂੰ ਸਾਡਾ ਮਨ ਇਸ ਮਨੁੱਖਾ ਦੇਹ ਦੇ ਵਿੱਚ ਆਇਆ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਿਉਂਕਿ ਜੇ ਅਸੀਂ ਆਪਣਾ ਉਜਲਾ ਮੁੱਖ ਲੈ ਕੇ ਜਾਣਾ ਮਾਲਕ ਦੀ ਦਰਗਾਹ 'ਚ, ਆਪਣੇ ਘਰੇ ਜਿੱਤੇ ਹੋਏ ਚਿਹਰੇ ਲੈ ਕੇ ਜਾਣੇ ਆ, ਵੀ ਸਾਡੇ ਚਿਹਰਿਆਂ 'ਤੇ ਨਾ ਮੋਸ਼ੀਆਂ ਨਾ ਹੋਣ, ਉਦਾਸੀਆਂ ਨਾ ਹੋਣ। ਕਿਉਂਕਿ ਜਦੋਂ ਗਰਾਊਂਡ ਦੇ ਵਿੱਚੋਂ ਕੋਈ ਖਿਡਾਰੀ ਬਾਹਰ ਜਾਂਦਾ, ਜੇ ਜਿੱਤ ਕੇ ਜਾਂਦਾ ਤਾਂ ਕਿੰਨੀ ਖੁਸ਼ੀ ਹੁੰਦੀ ਆ, ਉਹਦੀਆਂ ਬਾਹਾਂ ਵੀ ਬਾਹਰ ਨੂੰ ਉਲਰਦੀਆਂ ਨੇ, ਵੀ ਇੰਨੀ ਖੁਸ਼ੀ ਉਹ ਤੋਂ ਸਾਂਭੀ ਨਹੀਂ ਜਾਂਦੀ। ਇਸੇ ਤਰ੍ਹਾਂ ਜੇ ਉਦਾਸ ਹੋਵੇ ਫਿਰ ਨੀਵੀਂ ਪਾ ਕੇ ਲੰਘਣਾ ਪੈਂਦਾ, ਵੀ ਕਿਤੇ ਲੋਕ ਦੇਖ ਨਾ ਲੈਣ, ਕਿਉਂਕਿ ਸ਼ਰਮ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਦੱਸਿਆ, ਕਹਿੰਦੇ ਸਾਨੂੰ ਵੀ ਕੋਈ ਦੇਖ ਰਿਹਾ ਇਸ ਸੰਸਾਰ ਦੇ ਵਿੱਚ। ਖੇਡ ਖੇਡਦਿਆਂ ਨੂੰ ਸਾਡੇ ਗੁਰੂ ਸਾਹਿਬਾਨ, ਭਗਤ ਜਨ, ਗੁਰਸਿੱਖ ਸਾਰੇ ਜਿੰਨੇ ਖੇਡ ਜਿੱਤੇ ਹੋਏ ਨੇ, ਦੇਵਲੋਕ ਦੀਆਂ ਰੂਹਾਂ, ਪਰ ਸਾਨੂੰ ਗਿਆਨ ਨਾ ਹੋਣ ਕਾਰਨ ਪਤਾ ਨਹੀਂ ਹੈਗਾ ਵੀ ਸ਼ਾਇਦ ਵੀ ਜੋ ਅਸੀਂ ਪੜ੍ਹਦੇ ਵਿੱਚ ਕਰਦੇ ਹਾਂ ਸ਼ਾਇਦ ਸਾਨੂੰ ਹੀ ਪਤਾ ਵਾ, ਵੀ ਹੋਰ ਕਿਸੇ ਨੂੰ ਪਤਾ ਨਹੀਂ। ਕਿਉਂਕਿ ਸਾਰੇ ਖੇਡ ਦੇਖ ਰਹੇ ਨੇ, ਫਿਰ ਉਹਨਾਂ ਦੀ ਖੰਡਾਂ ਬ੍ਰਹਿਮੰਡਾਂ 'ਤੇ ਸ਼ੋਭਾ ਵੀ ਕਰਦੇ ਨੇ, ਜੋ ਸਾਨੂੰ ਸਾਡੇ ਟੀਚਰ ਸਾਹਿਬਾਨ ਨੇ ਗੁਰਬਾਣੀ ਦੇ ਮੁਤਾਬਕ ਦੱਸਿਆ। ਵੀ ਮਹਾਰਾਜ ਨੇ ਦੱਸਿਆ, ਕਹਿੰਦੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਵੀ ਖੰਡਾਂ ਬ੍ਰਹਿਮੰਡਾਂ 'ਤੇ ਉਸ ਬੱਚੇ ਦੀ ਸ਼ੋਭਾ ਹੁੰਦੀ ਹੈ, ਵੀ ਇਸ ਬੱਚੇ ਨੇ ਇਸ ਸੰਸਾਰ ਦੇ ਵਿੱਚ ਆ ਕੇ ਮਾਲਕ ਨੂੰ ਲੱਭ ਲਿਆ। ਅਤੇ ਜੇ ਕੋਈ ਆਪਾਂ ਨੂੰ ਦੇਖ ਰਿਹਾ, ਕਿਉਂ ਨਾ ਅਸੀਂ ਆਪਣੇ ਆਪ ਦੇ ਲਈ ਹੀ ਵੀ ਇੱਕ ਵਧੀਆ ਤਰੀਕੇ ਦੇ ਨਾਲ ਵੀ ਗੁਰੂ ਦੀ ਮੱਤ ਅਨੁਸਾਰ ਇਸ ਸੰਸਾਰ ਦੇ ਵਿੱਚ ਖੇਡ ਖੇਡਣ ਦੀ ਕੋਸ਼ਿਸ਼ ਕਰੀਏ। ਵੈਸੇ ਤਾਂ ਬਹੁਤ ਵਧੀਆ ਕਿਰਪਾ ਮਾਲਕ ਦੀ ਸਾਰਿਆਂ 'ਤੇ, ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਹਾਂ ਆਪਾਂ ਸਾਰੇ, ਪਰ ਅੱਗੇ ਹੋਰ ਗੁੰਜਾਇਸ਼ ਰੱਖ ਕੇ ਚੱਲਣਾ, ਵੀ ਜਿੰਨਾ ਚਿਰ ਮਿਲਾਪ ਨਹੀਂ ਹੁੰਦਾ, ਵੀ ਇੱਦੋਂ ਅੱਗੇ ਹੋਰ ਵੀ ਕੋਈ ਖੇਡ ਹੈ ਜਿਹਨੂੰ ਅਸੀਂ ਜਾਣਨਾ, ਜਿਹੜਾ ਸਾਨੂੰ ਇਸ ਸੰਸਾਰ ਦੇ ਵਿੱਚ ਆ ਕੇ ਭੇਤ ਨਹੀਂ ਹੈਗਾ ਉਹਦਾ। ਅਤੇ ਉਹਨੂੰ ਜਾਣਨ ਦੇ ਲਈ ਮਹਾਰਾਜ ਨੇ ਦੱਸਿਆ, ਕਹਿੰਦੇ ਸਤਿਗੁਰ ਅੱਗੇ ਢਹਿ ਪਓ, ਵੀ ਸਤਿਗੁਰ ਸਭ ਕੁਛ ਜਾਣੇ ਜਾਣ। ਵੀ ਆਪਦੀ ਮੱਤ ਤਿਆਗ ਦਿਓ, ਵੀ ਆਪਦੀਆਂ ਸਿਆਣਪਾਂ ਛੱਡ ਦਿਓ, ਸਭੇ ਸਿਆਣਪਾਂ ਛੱਡ ਕੇ ਸਤਿਗੁਰ ਅੱਗੇ ਢਹਿ ਪਓ। ਵੀ ਸਾਰੀਆਂ ਸਿਆਣਪਾਂ ਛੱਡ ਕੇ ਵੀ ਆਪਦੇ ਗੁਰੂ ਸਤਿਗੁਰ ਅੱਗੇ ਢਹਿ ਪਓ, ਵੀ ਉਹਨਾਂ ਨੇ ਹੀ ਉਹ ਸਾਰਾ ਖੇਡ ਦਿਖਾਉਣਾ ਅਤੇ ਜਿਤਾਉਣਾ ਸਾਡੇ ਮਨ ਨੂੰ। ਪਰ ਕਦੋਂ, ਜਦੋਂ ਸਮਰਪਣ ਹੋ ਜਾਵਾਂਗੇ। ਥਿਰ ਕਰ ਵੈਸੋ ਹਰਜਨ ਪਿਆਰੀ, ਸਤਿਗੁਰ ਤੁਮਰੇ ਕਾਜ ਸਵਾਰੀ। ਦੇਖੋ ਜਿਹੜੇ ਪਰਲੋਕ ਦੀ ਆਪਾਂ ਨੂੰ ਇਸ਼ਾਰੇ ਹੁੰਦੇ ਨੇ, ਵੀ ਸਾਡੇ ਮਸਤਕ ਵਾਲੇ ਇਲਾਕੇ ਦੇ ਵਿੱਚ ਪਰਲੋਕ ਦਾ ਖੇਡ ਚੱਲਦਾ, ਅਤੇ ਇਸ ਤੋਂ ਥੱਲੇ ਵਾਲੇ ਇਲਾਕੇ ਦੇ ਵਿੱਚ ਲੋਕ ਦਾ ਖੇਡ ਚੱਲਦਾ। ਹੁਣ ਜੇ ਆਪਾਂ ਲੋਕ ਹੀ ਦੇਖੀਏ ਤਾਂ ਕਿੱਡਾ ਵੱਡਾ ਵਾ, ਇਹਦੇ ਵਿੱਚ ਹੀ ਕਿੰਨਾ ਕੁਛ ਆ। ਪਰ ਜਿੱਥੇ ਆਪਾਂ ਦੇਖੋ ਦੁਨੀਆ 'ਤੇ ਕਈ ਇਹੋ ਜਿਹੀਆਂ ਵੀ ਜਗ੍ਹਾ ਨੇ ਕਿੰਨੀਆਂ ਸੋਹਣੀਆਂ ਨੇ, ਪਰ ਸਾਨੂੰ ਭੇਤ ਹੀ ਨਹੀਂ ਵੀ ਕਿੱਥੇ ਕਿੱਦਾਂ ਦੇ ਲੋਕ ਰਹਿ ਰਹੇ ਨੇ। ਵੀ ਪਰੇ ਤੋਂ ਪਰੇ ਦੁਨੀਆ ਇਸ ਲੋਕ ਦੇ ਵਿੱਚ ਵੀ, ਅਤੇ ਪਰਲੋਕ ਕਿੱਡਾ ਕੁ ਹੋਊਗਾ, ਕਿੱਡਾ ਹੋਊਗਾ ਪਰਲੋਕ, ਵੀ ਉਹਦੇ ਵਿੱਚ ਕਿੰਨਾ ਕੁਛ ਹੋਊਗਾ। ਜਿੱਥੇ ਮਹਾਰਾਜ ਨੇ ਕਿਹਾ ਵੀ ਸਾਰੀਆਂ ਖੁਸ਼ੀਆਂ ਸਾਡੇ ਮਨ ਲਈ ਰੱਖੀਆਂ ਨੇ, ਉਹ ਖੁਸ਼ੀਆਂ ਮਾਣਨ ਲਈ ਤਾਈਓਂ ਮਹਾਰਾਜ ਨੇ ਵਡਿਆਈ ਦਿੱਤੀ ਆ ਵਾਰ-ਵਾਰ ਸਾਡੇ ਮਨੁੱਖਾਂ ਦੇ ਨੂੰ, ਵੀ ਜੀਵਨ ਆ ਜਿਹੜਾ ਬੜੇ ਹੀ ਉੱਚੇ ਕਰਮ ਭਾਗ ਹੋਣ ਤਾਂ ਹੀ ਮਿਲਦਾ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਤਾਂ ਤੂੰ ਜਗ ਮੈਂ ਆਇਆ। ਵੀ ਜੇ ਪਿੱਛੋਂ ਚੰਗੇ ਕਰਮ ਭਾਗ ਕੀਤੇ ਹੋਏ ਨੇ ਤਾਂ ਹੀ ਆਏ ਆ। ਕਰਮ ਭਾਗ ਕੀਤੇ ਹੋਏ ਸੀ ਸੰਗਤ 'ਚ ਆ ਗਏ, ਮਾਲਕ ਦੇ ਨਾਲ ਜੁੜ ਰਹੇ ਹਾਂ, ਅਤੇ ਅੱਗੇ ਆਪਾਂ ਗਿਆਨ ਲੈ ਕੇ ਧਿਆਨ ਜਾਣ ਕੇ ਹੋਰ ਇਹੋ ਜਿਹੇ ਕਰਮ ਕਰੀਏ, ਚੰਗੇ ਕਰਮ ਕਰੀਏ ਜਿਹੜੇ ਸਾਡੇ ਮਾਲਕ ਨੂੰ ਚੰਗੇ ਲੱਗਣ। ਸਾਡੇ ਮਨ ਵੀ
ਉਸ ਮਾਲਕ ਨੂੰ ਭਾ ਜਾਣ। ਕਿਉਂਕਿ ਮਹਾਰਾਜ ਨੇ ਦੱਸਿਆ, ਕਹਿੰਦੇ ਇਸ ਸੰਸਾਰ ਦੇ ਵਿੱਚ, ਕਿਉਂਕਿ ਭਾਂਡਾ ਮਨ ਨੂੰ ਦੱਸਿਆ ਸਾਡੇ ਨੂੰ, ਵੀ ਭਾਂਡਾ ਅਸਲ ਦੇ ਵਿੱਚ ਸੁੱਚਾ ਉਹੀ ਹੈ ਜਿਹੜਾ ਕਹਿੰਦੇ ਉਸ ਪਰਮਾਤਮਾ ਨੂੰ ਭਾਜੇ, ਪਰਮਾਤਮਾ ਨੂੰ ਜਿਹੜੀ ਸੁਰਤੀ ਚੰਗੀ ਲੱਗੇ। ਭਾਂਡਾ ਹੱਛਾ ਸੋਈ ਜੋ ਤਿਸ ਭਾਵ ਸੀ, ਵੀ ਜਿਹੜਾ ਉਹਨੂੰ ਭਾਜੇ ਉਹੀ ਅਸਲ ਦੇ ਵਿੱਚ ਸੁੱਚਾ ਵਾ। ਅਤੇ ਆਪਾਂ ਵੀ ਆਪਣੇ ਗੁਰੂ ਦੀ ਮੱਤ ਅਨੁਸਾਰ ਇਸ ਸੰਸਾਰ ਦੇ ਵਿੱਚ ਅਜਿਹੇ ਕਰਮ ਕਰੀਏ ਵੀ ਜਿਹਦੇ ਕਾਰਨ ਅਸੀਂ ਵੀ ਉਸ ਮਾਲਕ ਨੂੰ ਚੰਗੇ ਲੱਗੀਏ। ਅਤੇ ਮਾਲਕ ਨੇ ਕੀ ਕਿਹਾ ਗੁਰਬਾਣੀ ਦੇ ਵਿੱਚ, ਕਹਿੰਦੇ ਨੀਵੇਂ ਹੋ ਜਾਓ, ਵੀ ਪਹਿਲਾ ਮਰਨ ਕਬੂਲ ਜੀਵਨ ਛਿੱਕੀ ਛੱਡੇ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜਿਵੇਂ ਮਰੇ ਹੋਏ ਬੰਦੇ ਲਈ ਸਾਰਾ ਕੁਝ ਹੀ ਖਤਮ ਹੋ ਜਾਂਦਾ, ਵੀ ਆਪਦੇ ਹਾਲਾਤ, ਆਪਦੇ ਮਨ ਦੇ ਹਾਲਾਤ ਇੱਦਾਂ ਦੇ ਬਣਾ ਲਓ ਜਿਉਂਦੇ ਜੀ ਰਹਿ ਕੇ, ਵੀ ਜਿਵੇਂ ਸਾਡੇ ਲਈ ਵੀ ਸਾਰਾ ਕੁਝ ਖਤਮ ਹੋ ਗਿਆ, ਵੀ ਸਾਡੇ ਅੰਦਰ ਕੋਈ ਸਿਆਣਪ ਨਾ ਰਵੇ ਕਿਸੇ ਤਰ੍ਹਾਂ ਦੀ, ਵੀ ਪਰਮਾਤਮਾ ਦੀ ਹੀ, ਗੁਰੂ ਦੀ ਹੀ ਮੱਤ ਰਵੇ। ਅਤੇ ਫਿਰ ਉੱਥੇ ਮਹਾਰਾਜ ਨੇ ਦੱਸਿਆ, ਕਹਿੰਦੇ ਫਿਰ ਨੀਵੇਂ ਵੀ ਹੋ ਜਾਓ ਨਾਲ, ਹੋਏ ਨਿਮਾਣਾ ਟਹਿ ਪਵੇ, ਦਰਗੇ ਮਾਣ ਨਿਮਾਣਾ ਪਾਵੇ। ਜੇ ਮਾਣ ਚਾਹੁੰਦੇ ਹਾਂ ਤਾਂ ਮਹਾਰਾਜ ਨੇ ਦੱਸਿਆ, ਕਹਿੰਦੇ ਨੀਵੇਂ ਹੋਣਾ ਹੀ ਪੈਣਾ, ਵੀ ਆਪਣੇ ਮਨ ਨੂੰ ਵੀ। ਮਹਾਰਾਜ ਨੇ ਜੋ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਜੋ ਜਿਸ ਤਰ੍ਹਾਂ ਸਾਨੂੰ ਟੀਚਰ ਸਾਹਿਬਾਨ ਜੀ ਨੇ ਵੀ ਦੱਸਿਆ, ਵੀ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਇਹ ਨਹੀਂ ਮੰਨਦੇ, ਕਿਉਂਕਿ ਦੇਖੋ ਗਲਤੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ, ਦੇਖੋ ਭੁੱਲ ਹੁੰਦੀ ਆ, ਪਤਾ ਹੋਣ ਦੇ ਬਾਵਜੂਦ ਵੀ ਭੁੱਲ ਹੁੰਦੀ ਆ, ਪਰ ਆਪਾਂ ਐਜ਼ ਏ ਸਟੂਡੈਂਟ ਸਾਰੇ ਵਿਚਾਰ ਰਹੇ ਹਾਂ ਵੀ ਜਿੰਨਾ ਚਿਰ ਇਹ ਨਹੀਂ ਮੰਨ ਲੈਂਦੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਈ। ਵੀ ਜਦੋਂ ਮੰਨ ਲਵਾਂਗੇ ਆਪਣੇ ਆਪ ਨੂੰ ਵੀ ਸਾਡੇ ਤੋਂ ਸਾਰੇ ਚੰਗੇ ਨੇ, ਹਾਲਾਂਕਿ ਮੰਨਿਆ ਨਹੀਂ ਜਾਂਦਾ, ਜਿੱਦਣ ਮੰਨਿਆ ਗਿਆ ਉਦਣ ਸਮਝੋ ਵੀ ਪੂਰਨ ਕਿਰਪਾ ਮਾਲਕ ਦੀ, ਪਰ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਮੰਨਿਆ ਜਾਂਦਾ। ਪਰ ਇਹ ਆਪਾਂ ਉੱਦਮ ਕਰ ਸਕਦੇ ਹਾਂ ਮੰਨਣ ਲਈ ਆਪਣੇ ਆਪ ਲਈ, ਵੀ ਜਿੱਦਣ ਮਨ ਦੇ ਵਿੱਚ ਇਹ ਆ ਗਿਆ ਵੀ ਸਾਡੇ ਤੋਂ ਸਾਰੇ ਚੰਗੇ ਨੇ, ਫਿਰ ਮਹਾਰਾਜ ਨੇ ਦੱਸਿਆ, ਕਹਿੰਦੇ ਫਿਰ ਉਹ ਆਪ ਤਾਰੂਗਾ, ਵੀ ਉਹਦੀ ਜ਼ਿੰਮੇਵਾਰੀ ਆ। ਫਿਰ ਪ੍ਰਣਵਤ ਨਾਨਕ ਤਾਰੇ ਸੋਏ, ਵੀ ਫਿਰ ਆਪ ਉਹ ਕਿਰਪਾ ਕਰਕੇ ਆਪਣੇ ਬੱਚੇ ਨੂੰ ਆਪਦੀ ਬੁੱਕਲ 'ਚ ਲੈ ਕੇ ਤਾਰਦਾ, ਤਤੀ ਵਾਹ ਨਹੀਂ ਲੱਗਣ ਦਿੰਦਾ। ਜਿਸ ਤਰ੍ਹਾਂ ਸਾਡੇ ਗੁਰੂ ਮਹਾਰਾਜ ਜੀ ਦੇ ਦਿਨ ਚੱਲਦੇ ਨੇ, ਵੀ ਕਿਸ ਤਰ੍ਹਾਂ ਉਹਨਾਂ ਨੇ ਮਾਲਕ ਦੇ ਨਾਲ ਪਿਆਰ ਕੀਤਾ ਅਤੇ ਸਾਨੂੰ ਅੱਗੇ ਸਿੱਖਿਆ ਦਿੱਤੀ ਹੈ ਸਾਰੀ ਸ੍ਰਿਸ਼ਟੀ ਨੂੰ, ਵੀ ਜੇ ਅਸੀਂ ਵੀ ਉਸ ਪਰਮਾਤਮਾ ਨੂੰ ਪਿਆਰ ਕਰਾਂਗੇ ਤਾਂ ਇੰਨੇ ਦੁੱਖ ਆਉਣ ਦੇ ਬਾਵਜੂਦ ਵੀ ਤਤੀ ਵਾਹ ਨਹੀਂ ਲੱਗਣ ਦਿੰਦਾ ਮਾਲਕ। ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਪਰ ਗੱਲ ਕੀ ਹੈ ਵੀ ਜਿਉਂਦੇ ਜੀ ਰਹਿ ਕੇ ਸਾਨੂੰ ਉਹਦਾ ਸਾਥ ਲੈਣਾ ਆ ਜੇ ਮਾਲਕ ਦਾ, ਉਹ ਤਾਂ ਸਾਡਾ ਸਾਥ ਨਿਭਾਉਣ ਲਈ ਹਮੇਸ਼ਾ ਸਾਡੇ ਸਾਹਮਣੇ ਆ, ਪਰ ਸਾਡੇ ਤੋਂ ਹੀ ਨਹੀਂ ਉਹਦਾ ਸਾਥ ਲਿਆ ਜਾ ਰਿਹਾ, ਕਿਉਂਕਿ ਅਸੀਂ ਸਾਥ ਹੀ ਦੂਜੇ ਦਾ ਭਾਲਦੇ ਹਾਂ, ਮਾਇਆ ਦਾ। ਪਰ ਦੇਖੋ ਹੁਣ ਜਿਹੜੇ ਘਰ ਦੀ ਗੱਲ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਈ ਗਈ ਆ ਵੀ ਥਿਰ ਘਰ ਸਾਡਾ ਆਪਣਾ ਘਰ ਆ, ਨਿਜ ਮਹਿਲ ਸਾਡਾ ਆਪਣਾ ਘਰ ਆ, ਉੱਥੇ ਜਾਣ ਨਹੀਂ ਦੇ ਰਿਹਾ, ਕੌਣ ਨਹੀਂ ਜਾਣ ਦੇ ਰਿਹਾ? ਕਾਲ। ਦੇਖੋ ਜਿਵੇਂ ਦ੍ਰਿਸ਼ਟਮਾਨ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਇਸ ਸੰਸਾਰ 'ਤੇ ਸਾਨੂੰ ਹੀ ਭੇਤ ਦਿੱਤਾ, ਸਾਰਿਆਂ ਨੂੰ ਭੁੱਲੇ ਹੋਏ ਹਨ ਵੀ ਇਸ ਤਰ੍ਹਾਂ ਅਸੀਂ ਆਪਣੇ ਘਰ ਜਾ ਸਕਦੇ ਹਾਂ, ਵੀ ਕਿਵੇਂ ਅਸੀਂ ਜੰਮਣ ਮਰਨ 'ਚ ਫਸੇ ਹੋਏ ਹਾਂ। ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ, ਕੋਈ ਈਰਖਾ ਨਹੀਂ ਸੀ, ਪਰ ਫਿਰ ਵੀ ਹਉਮੈ ਦੇ ਵਿੱਚ ਆ ਕੇ ਵੀ ਵਿਰੋਧ ਕੀਤਾ ਰਾਜ ਘਰਾਣਿਆਂ ਨੇ। ਪਰ ਉੱਥੇ ਸਾਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਜਦੋਂ ਸਾਡੇ ਮਨ ਵੀ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਤੁਰਦੇ ਨੇ ਤਾਂ ਸਾਨੂੰ ਵੀ ਇਹ ਮੁਸ਼ਕਲਾਂ ਇਹ ਸਾਰੀਆਂ ਸੰਸਾਰ ਦੇ ਵਿੱਚ ਆਉਂਦੀਆਂ ਨੇ, ਕਿਸੇ ਨਾ ਕਿਸੇ ਰੂਪ ਵਿੱਚ ਕਾਲ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦਾ। ਜਿਸ ਤਰ੍ਹਾਂ ਦੇਖੋ ਰੁਕਾਵਟ ਆਪਾਂ ਨੂੰ ਆਉਂਦੀ ਆ, ਆਪਾਂ ਜਿਵੇਂ ਕਈ ਵਾਰੀ ਵਿਚਾਰਦੇ ਵੀ ਹੁੰਦੇ ਹਾਂ, ਭਾਈ ਸਾਹਿਬ ਸਾਨੂੰ ਦੱਸਦੇ ਨੇ ਸਾਰਿਆਂ ਨੂੰ ਵੀ ਮਾਨਸਿਕ ਰੁਕਾਵਟ ਆਉਂਦੀ ਆ, ਫੁਰਨੇ ਇੰਨੇ ਵੱਧ ਜਾਂਦੇ ਨੇ ਖਿਆਲ ਵੀ ਜਾਈਏ ਕਿੱਧਰ, ਕਿਉਂਕਿ ਸਾਰੀ ਉਹ ਪਿਛਲਾ ਲੈਣ ਦੇਣ ਹੁੰਦਾ ਕਰਮਾਂ ਦਾ,
ਚੰਗਾ ਮੰਦਾ ਆਪਣਾ ਆਪ ਹੀ ਕੀਤਾ ਪਾਵਣਾ, ਦੱਦਾ ਦੋਸ਼ ਨਾ ਦਿਉ ਕਿਸੇ ਦਿਉ ਦੋਸ਼ ਕਰਮਾ ਆਪਣੇ। ਕਿਉਂਕਿ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਕਾਰਨ ਉਹ ਸਾਰੀ ਉਗੜਦੀ ਆ। ਜਦੋਂ ਸੱਚ ਦੇ ਰਾਸਤੇ 'ਤੇ ਨਾਮ ਦੇ ਨਾਲ ਜੁੜਦੇ ਹਾਂ, ਸੰਗਤ 'ਚ ਆ ਕੇ ਬੈਠਦੇ ਹਾਂ, ਸਾਡੇ ਮਨ ਸੋਹਣਾ ਰੂਪ ਲੈਣਾ ਸ਼ੁਰੂ ਕਰਦੇ ਨੇ। ਸਾਡੀਆਂ ਸੁਰਤੀਆਂ ਸਹੀ ਜਨ ਸੋਹਣੇ ਸਾਧ ਸੰਗਤ ਜਿਨ ਬਹਿਣੇ, ਸਾਡੇ ਮਨ ਦਾ ਸਰੂਪ ਸੁੰਦਰ ਬਣਨਾ ਸ਼ੁਰੂ ਹੋ ਜਾਂਦਾ। ਕਿਉਂਕਿ ਸਾਡਾ ਮਾਲਕ ਸੁੰਦਰ, ਉਹਦੇ ਜਿੰਨਾ ਕੋਈ ਸੁੰਦਰ ਨਹੀਂ, ਅਤੇ ਸਾਡੇ ਮਨ ਵੀ ਉਹਦਾ ਰੂਪ ਨੇ। ਅਤੇ ਇਸੇ ਤਰ੍ਹਾਂ ਜਦੋਂ ਚੱਲਦੇ ਨੇ ਸਾਡੇ ਮਨ, ਫਿਰ ਉਹ ਪਹਿਲਾਂ ਵਿਚਾਰ ਵੀ ਬੜੇ ਵੱਧਦੇ ਨੇ। ਕਿਉਂਕਿ ਕਈ ਤਾਂ ਡਿਪਰੈਸ਼ਨ 'ਚ ਹੀ ਚਲੇ ਜਾਂਦੇ ਨੇ, ਇੰਨੇ ਖਿਆਲ ਵੱਧਦੇ ਨੇ। ਕਿਉਂਕਿ ਉਹ ਖਿਆਲ ਕਾਹਦੇ ਹੁੰਦੇ ਨੇ? ਸੰਸਾਰ ਦੇ, ਵੀ ਜਾਈਏ ਕਿੱਧਰ, ਕੀ ਕਰੀਏ ਹੁਣ। ਪਰ ਉੱਥੇ ਮਹਾਰਾਜ ਨੇ ਦੱਸਿਆ, ਕਹਿੰਦੇ ਵੀ ਜੇ ਪ੍ਰੇਮ ਮਾਲਕ ਨਾ ਹੋਊਗਾ, ਫਿਰ ਮਨ ਨੇ ਜਿਹੜੇ ਮਾਲਕ ਤੱਕ ਹੀ ਜਾਣਗੇ, ਫਿਰ ਰੁਕਦੇ ਨਹੀਂ ਹੈਗੇ ਰਾਹ 'ਚ। ਜਿਸ ਤਰ੍ਹਾਂ ਸਾਨੂੰ ਸਮਝਾਉਣ ਲਈ ਬਾਹਰੀ ਤੌਰ 'ਤੇ ਵੀ ਕੌਤਕ ਹੋਇਆ ਇਸ ਸੰਸਾਰ ਦੇ ਵਿੱਚ, ਵੀ ਜਿਵੇਂ ਗੁਰੂ ਮਹਾਰਾਜ ਜੀ ਦੇ ਪਰਿਵਾਰ ਦੇਖੋ, ਇੱਕ ਤਰ੍ਹਾਂ ਦੇ ਉਹ ਉਜੜ ਹੀ ਗਏ ਸੀ ਨਾ ਦ੍ਰਿਸ਼ਟਮਾਨ ਦੇ ਵਿੱਚ। ਪਰ ਮਾਲਕ ਦੇ ਘਰੇ ਬਹੁਤ ਵੱਡੀ ਜਗ੍ਹਾ ਸੀ, ਵੀ ਜਿੱਡੀ ਹੈ ਹੀ ਨਹੀਂ ਦੁਨੀਆ 'ਤੇ ਕਿਸੇ ਦੀ, ਹੈ ਨਾ। ਅਤੇ ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਸਮਝਾਉਣ ਲਈ ਕੋਸ਼ਿਸ਼ ਕੀਤੀ, ਵੀ ਜਿਵੇਂ ਉਹਨਾਂ ਨੂੰ ਦ੍ਰਿਸ਼ਟਮਾਨ ਦੇ ਵਿੱਚ ਖਾਣ ਦੀ ਵੀ ਆਈ, ਪਦਾਰਥਾਂ ਦੀ ਤਕਲੀਫ ਵੀ ਝੱਲਣੀ ਪਈ, ਪਰਿਵਾਰ ਦੀ ਵੀ ਆਈ ਤਕਲੀਫ, ਮਾਨਸਿਕ ਵੀ ਆਈ। ਜਿੱਥੇ ਆ ਕੇ 40 ਮੁਕਤਿਆਂ ਦਾ ਨਾਂ ਹੁੰਦਾ, ਵੀ ਉਹ ਪਰ ਸਾਨੂੰ ਸਮਝਾਉਣ ਲਈ ਸੀ ਸਾਰਾ ਕੁਛ। ਪਰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ, ਕਹਿੰਦੇ ਧੰਨ ਗੁਰੂ ਪਿਆਰੀ, ਵੀ ਮਾਲਕ ਨੂੰ, ਗੁਰੂ ਨੂੰ ਇੰਨਾ ਉੱਚਾ ਦੱਸੇ, ਅਤੇ ਗੁਰੂ ਨੂੰ ਪਿਆਰ ਕਰਨ ਵਾਲੇ ਵੀ ਉਹ ਉੱਚੇ ਨੇ। ਪਰ ਉਹ ਸਿਰਫ ਸਾਨੂੰ ਸਮਝਾਉਣ ਲਈ ਸੀ ਉਹ ਕੌਤਕ। ਜਿੱਥੇ ਆ ਕੇ ਮਾਨਸਿਕ ਉਹਨਾਂ ਨੂੰ ਮੁਸ਼ਕਿਲ ਝੱਲਦੇ ਨੇ, ਵੀ ਉਹ ਸਾਥ ਛੱਡ ਜਾਂਦੇ ਨੇ, ਵੀ ਸਾਡੇ ਲਈ ਖਾਣ ਦੇ ਲਈ ਨਹੀਂ ਰਿਹਾ, ਹੈ ਨਾ। ਅਤੇ ਪਰ ਫਿਰ ਉਹ ਵਾਪਸ ਆਉਂਦੇ ਨੇ ਜਦੋਂ ਉਹਨਾਂ ਨੂੰ ਬੀਬੀਆਂ ਸਮਝਾਉਂਦੀਆਂ ਨੇ। ਅਤੇ ਉਹਨਾਂ ਨੂੰ ਦੇਖੋ, ਪਰਿਵਾਰਕ ਵੀ ਆਈ, ਆਰਥਿਕ ਵੀ ਆਈ, ਜਿੱਥੇ ਪੈਸੇ ਧੇਲੇ ਵੱਲੋਂ ਮੁਸ਼ਕਿਲਾਂ ਆਈਆਂ, ਸਰੀਰਕ ਵੀ ਆਈਆਂ। ਅਤੇ ਇਸੇ ਤਰ੍ਹਾਂ ਸਾਡਾ ਮਨ ਵੀ ਜਦੋਂ ਉਸ ਮਾਲਕ ਦੇ ਰਾਸਤੇ 'ਤੇ, ਮਿਲਾਪ ਦੇ ਰਾਸਤੇ 'ਤੇ ਚੱਲਦਾ ਪ੍ਰੋਪਰ, ਤਾਂ ਇਹ ਵੀ ਥੋੜ੍ਹੀਆਂ ਬਹੁਤ ਸਾਨੂੰ ਵੀ ਤਕਲੀਫਾਂ ਆਉਂਦੀਆਂ ਨੇ। ਕਿਉਂਕਿ ਅਸੀਂ ਵਿਚਰ ਕਿਹਦੇ ਦਾਇਰੇ 'ਚ ਰਹੇ ਹਾਂ? ਕਾਲ ਦੇ ਦਾਇਰੇ ਦੇ ਵਿੱਚ। ਅਤੇ ਕਾਲ ਦਾ ਸਾਰਾ ਕੁਛ ਆ, ਇੱਥੋਂ ਤੱਕ ਸਰੀਰ ਨੂੰ ਵੀ ਕਾਲ ਦਾ ਦੱਸਿਆ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਇਸ ਸਰੀਰ ਦੇ ਨਾਲ ਕਿੰਨਾ ਕੁਛ ਜੁੜਿਆ ਹੋਇਆ, ਬੱਚੇ, ਪਰਿਵਾਰ, ਗੱਡੀਆਂ, ਕਾਰਾਂ, ਮੋਟਰਸਾਈਕਲ, ਕੱਪੜਾ ਲੀੜਾ, ਖਾਣ ਪੀਣ ਨੂੰ, ਅਤੇ ਘਰ, ਕਿੰਨਾ ਕੁਛ ਜੁੜਿਆ ਹੋਇਆ। ਅਤੇ ਫਿਰ ਇਹਨਾਂ ਸਾਰਿਆਂ ਦੇ ਥਰੂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵੀ ਵਰਤਦਾ ਸਾਡੇ ਮਨ ਨੂੰ ਰੋਕਣ ਦੇ ਲਈ। ਕਿਉਂਕਿ ਉਸ ਘਰ ਦੇ ਵਿੱਚ ਨਹੀਂ ਜਾਣ ਦਿੰਦਾ ਜਿੱਥੋਂ ਦੇ ਅਸੀਂ ਰਹਿਣ ਵਾਲੇ ਹਾਂ। ਕਿਉਂਕਿ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਮਨ ਦੇ ਫੁਰਨੇ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਸਾਨੂੰ ਰੋਕਣ ਦੇ ਲਈ, ਕਿਉਂਕਿ ਫੁਰਨੇ ਹੀ ਰੁਕਾਵਟ ਨੇ। ਪਰ ਜਦੋਂ ਸਾਨੂੰ ਗਿਆਨ ਆ ਜਾਂਦਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕੇ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਅਤੇ ਜਦੋਂ ਸਾਨੂੰ ਗਿਆਨ ਆ ਜਾਂਦਾ ਵੀ ਇਹ ਸੰਸਾਰ ਵੀ ਇੱਕ ਇਮਤਿਹਾਨ ਆ, ਜ਼ਿੰਦਗੀ ਜਿਹਦੇ ਵਿੱਚ ਦੁੱਖ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ। ਨਾਨਕ ਦੁਖੀਆ ਸਭ ਸੰਸਾਰ, ਹਰ ਇੱਕ ਨੂੰ ਕੋਈ ਨਾ ਕੋਈ ਟੈਨਸ਼ਨ ਪਈ ਹੋਈ ਆ। ਪਰ ਜੇ ਟੈਨਸ਼ਨ ਤੋਂ ਰਹਿਤ ਤਾਂ ਉਹ ਕੋਈ ਗੁਰਮੁਖੀ ਆ। ਜਿਸ ਤਰ੍ਹਾਂ ਆਪਾਂ ਆਪਣੇ ਉਸਤਾਦ ਜੀ ਦੀ ਵੀ ਗੱਲ ਕਰ ਸਕਦੇ ਹਾਂ, ਵੀ ਜਿਸ ਤਰ੍ਹਾਂ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਦੀ ਚਾਲ ਚੱਲਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜਾਂ ਜਿਹੜੇ ਗੁਰਮੁਖ ਬਣ ਜਾਂਦੇ ਨੇ ਬੱਚੇ, ਵੀ ਉਹੀ ਖੁਸ਼ ਨੇ ਇਸ ਸੰਸਾਰ ਦੇ ਵਿੱਚ। ਅਦਰਵਾਈਜ਼ ਸਾਰੇ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਖੋਂ ਦੁਖੀ ਆ। ਪਰ ਕਿਉਂਕਿ ਜਿੰਨਾ ਚਿਰ ਸਮਝ ਨਹੀਂ ਹੈਗੀ, ਗਿਆਨ ਨਹੀਂ ਹੈਗਾ। ਪਰ ਜਦੋਂ ਸਾਨੂੰ ਸਮਝ ਲੱਗ ਗਈ ਵੀ ਅਸੀਂ ਤਾਂ ਇੱਥੇ ਆਉਂਦੇ ਹੀ ਸਿਰਫ 8, 10, 12 ਘੰਟਿਆਂ ਲਈ ਹਾਂ, ਵੀ ਕਿਉਂ ਇਹਨੂੰ ਬੋਝ ਬਣਾਇਆ ਹੋਇਆ ਇਸ ਸੰਸਾਰ ਨੂੰ,
ਜਿੱਥੇ ਅਸੀਂ ਸਦੀਵੀ ਰਹਿਣਾ ਹੀ ਨਹੀਂ ਹੈਗਾ, ਸਾਰਾ ਕੁਝ ਝੂਠ ਆ। ਵੀ ਅਸਲ ਵਸਣਾ ਤਾਂ ਜਿਹੜਾ ਸਾਡੇ ਮਨ ਦਾ ਉਸ ਪਰਮਾਤਮਾ ਦੇ ਘਰੇ ਆ। ਪਰ ਉੱਥੇ ਵੀ ਮਹਾਰਾਜ ਨੇ ਦੱਸਿਆ, ਕਹਿੰਦੇ ਨਾਮ ਦੁਆਰਾ ਜਾਇਆ ਜਾਣਾ, ਕਿਉਂਕਿ ਨਾਮ ਪਵਿੱਤਰ ਆ, ਮਾਲਕ ਪਵਿੱਤਰ ਆ। ਨਾਮ ਦੇ ਨਾਲ ਸੁਰਤੀ ਉਹ ਜੁੜੂਗੀ ਜਿਹੜੀ ਪਵਿੱਤਰ ਹੋ ਗਈ, ਸ਼ੁੱਧ ਹੋ ਗਈ। ਅਤੇ ਸਰਬ ਧਰਮੇ ਸ਼੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ, ਜਿੱਥੇ ਕਰਮ ਨਿਰਮਲ ਹੋ ਜਾਂਦੇ ਨੇ। ਅਤੇ ਮਹਾਰਾਜ ਨੇ ਦੱਸਿਆ, ਕਹਿੰਦੇ ਫਿਰ ਨਾਮ ਨਾਲ ਜੁੜ ਕੇ ਉੱਤੇ ਇੱਕ ਖੁਸ਼ੀ ਨਹੀਂ ਹੈਗੀ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਵੀ ਮਨ ਵੀ ਅਤੇ ਤਨ ਵੀ ਖੁਸ਼ੀਆਂ ਨਾਲ ਭਰ ਜਾਂਦੇ ਨੇ। ਅਤੇ ਇੱਕ ਲੱਖਾਂ ਦੀ ਵੀ ਗੱਲ ਨਹੀਂ ਕੀਤੀ। ਮਹਾਰਾਜ ਨੇ ਦੱਸਿਆ, ਕਹਿੰਦੇ ਕੋਟ ਸੁਖ ਆਨੰਦ ਰਾਜ ਇੱਕ ਨਿਮਕ ਤੁਝੇ ਧਿਆਈ, ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਵੀ ਇਹੋ ਜਿਹੀ ਮਤ ਮੈਨੂੰ ਜਿਉਂਦੇ ਜੀ ਰਹਿ ਕੇ ਮਿਲ ਜੇ, ਜਿਹੜੀ ਇੱਕ ਅੱਖ ਝਮਕਣ ਤੋਂ ਵੀ ਘੱਟ ਸਮੇਂ ਦੇ ਵਿੱਚ ਸੱਚੀ ਮੁੱਚੀ ਕਰੋੜਾਂ ਸੁੱਖ ਮਿਲਦੇ ਨੇ ਤਖਤਾਂ ਦੇ। ਅਤੇ ਉਹ ਕਿੱਡੀਆਂ ਵੱਡੀਆਂ ਖੁਸ਼ੀਆਂ ਨੇ। ਅਤੇ ਅਸੀਂ ਜਦੋਂ ਸਾਡੇ ਮਨ ਨੂੰ ਗਿਆਨ ਨਹੀਂ ਹੁੰਦਾ, ਆਪਾਂ ਪਦਾਰਥਾਂ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੀ ਖਾਤਰ ਇਹ ਜਨਮ ਅਮੋਲਕ ਆ ਜਿਹੜਾ ਇਸ ਸੰਸਾਰ ਤੋਂ ਗਵਾ ਕੇ ਚਲੇ ਜਾਂਦੇ ਹਾਂ। ਅਤੇ ਮਨ ਨੂੰ ਸ਼ਰਮਿੰਦਾ ਹੋ ਕੇ ਸੰਸਾਰ ਤੋਂ ਦਰਗਾਹ ਦੇ ਵਿੱਚ ਜਾ ਕੇ ਪੇਸ਼ ਹੋਣਾ ਪੈਂਦਾ। ਸੋ ਕਿਤੇ ਸਾਡੇ ਨਾਲ ਵੀ ਇੱਦਾਂ ਨਾ ਹੋਵੇ, ਅਤੇ ਆਪਾਂ ਜਿਉਂਦੇ ਜੀ ਰਹਿ ਕੇ ਆਪਣੇ ਮਨ ਨੂੰ ਜਗਾਉਣਾ, ਵਾਰ-ਵਾਰ ਇਸ ਕਹਾਣੀ ਨੂੰ ਸੁਣਨਾ, ਵੀ ਸਾਨੂੰ ਇਹ ਸਮਝ ਲੱਗ ਜੇ ਵੀ ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ। ਵੀ ਆਪਣੇ ਆਪ ਨੂੰ ਫੁਰਨਿਆਂ ਤੋਂ ਰਹਿਤ ਕਰਨਾ, ਹੁਕਮ 'ਚ ਰਹਿਣਾ ਅਤੇ ਮਿਲਾਪ ਕਰਨਾ। ਅਤੇ ਉਹ ਸਾਰਾ ਰਾਸਤਾ ਪਤਾ ਹੀ ਹੈ ਵੀ ਕਿਸ ਤਰ੍ਹਾਂ ਆਪਾਂ ਸਿਮਰਨ ਕਰਨਾ। ਸਿਮਰਨ ਕਰਕੇ ਰਹਿਤ ਹੋ ਕੇ ਫੁਰਨਿਆਂ ਤੋਂ ਥਿਰ ਘਰ ਦੇ ਵਿੱਚ ਆਸਣ ਲਾਉਣਾ, ਨਾਮ ਨੂੰ ਸੁਣਨਾ। ਫਿਰ ਅੱਗੇ ਗੁਰੂ ਸਤਿਗੁਰੂ ਦੀ ਡਿਊਟੀ ਆ ਅੱਗੇ ਲਿਜਾਣ ਦੀ। ਵੀ ਇੰਨਾ ਕੁ ਕਾਰਜ, ਪਰ ਇੱਥੇ ਤੱਕ ਹੀ ਪਹੁੰਚਣਾ ਮੁਸ਼ਕਿਲ ਆ, ਪਰ ਲਿਜਾਣਾ ਪੈਣਾ ਜਿਉਂਦੇ ਜੀ ਰਹਿ ਕੇ। ਨਹੀਂ ਤਾਂ ਮਹਾਰਾਜ ਨੇ ਦੱਸਿਆ, ਕਹਿੰਦੇ ਵੀ ਇਹ ਜੀਵਨ ਬਿਰਥਾ ਜਾਊਗਾ। ਵੀ ਬਹੁਤ ਸਮੇਂ ਬਾਅਦ ਮਿਲਿਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਬਿਨ ਨਾਮੇ ਤ੍ਰਿਗ ਬਿਰਥਾ ਜਨਮ ਗਵਾਇਆ। ਕਿਉਂਕਿ ਸਤਿਗੁਰ ਦੇ ਨਾਲ ਉਦੋਂ ਹੀ ਉੱਥੇ ਜੁੜਿਆ ਜਾਣਾ ਜਦੋਂ ਰਹਿਤ ਹੋ ਕੇ ਫੁਰਨਿਆਂ ਤੋਂ ਥਿਰ ਘਰ ਦੇ ਵਿੱਚ ਬੈਠਾਂਗੇ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ। ਅਤੇ ਸਤਿਗੁਰ ਤੋਂ ਬਿਨਾਂ, ਨਾਮ ਤੋਂ ਬਿਨਾਂ ਇਹ ਜੀਵਨ ਬਿਰਥਾ ਵਾ। ਅਤੇ ਆਪਣੇ ਆਪ ਨੂੰ ਅਭਿਆਸ ਵੀ ਪਿਆਰ ਹੀ ਕਰਨਾ, ਮਾਲਕ ਦੇ ਨਾਲ ਪਿਆਰ ਕਰਨਾ। ਆਪਾਂ ਸਾਰੇ ਸੰਗਤ ਦੇ ਵਿੱਚ ਆ ਕੇ ਸਿੱਖਦੇ ਹਾਂ, ਤਰੀਕੇ ਸਿੱਖਦੇ ਹਾਂ ਵੀ ਮਾਲਕ ਦੇ ਨਾਲ ਹੋਰ ਪਿਆਰ ਵਧੇ ਸਾਡਾ। ਪਿਆਰ ਪ੍ਰਗਟ ਹੋ ਜਾਂਦਾ ਜਦੋਂ ਸਾਡੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ। ਗੁਣਾਂ 'ਚੋਂ ਪ੍ਰਗਟ ਹੁੰਦਾ ਪਿਆਰ। ਗੁਣ ਹੀ ਸਾਡੇ ਮਨ ਨੂੰ ਉਸ ਮਾਲਕ ਦੀ ਪ੍ਰੇਮਾ ਭਗਤੀ ਦੇ ਵਿੱਚ ਬਦਲ ਦਿੰਦੇ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਿਵੇਂ ਦੇਖੋ ਅਵਗੁਣ ਆਪਾਂ ਨੂੰ ਦੱਸੇ ਨੇ ਵੀ ਨਿੰਦਿਆ ਚੁਗਲੀ ਨਹੀਂ ਕਰਨੀ, ਹਉਮੈ ਨਹੀਂ ਕਰਨੀ, ਲੋਕ ਲੱਜਾ ਨਹੀਂ ਕਰਨੀ, ਈਰਖਾ ਨਹੀਂ ਕਰਨੀ। ਇਹ ਸਾਰੇ ਅਵਗੁਣ ਦੱਸੇ ਨੇ ਵੀ ਜੇ ਹੈਗੇ ਨੇ ਅੰਦਰ ਤਾਂ ਮਾਲਕ ਨੂੰ ਮਿਲ ਨਹੀਂ ਸਕਦੇ। ਪਰ ਗੁਣ ਲੈ ਕੇ ਆਉਣੇ ਨੇ। ਗੁਣ ਕਿਹੜੇ? ਜਿਹੜੇ ਮਾਲਕ ਦੇ ਵਿੱਚ ਨੇ। ਨਿਰਭਉ ਆ, ਨਿਰਵੈਰ ਆ, ਅਤੇ ਉਹਦੀ ਵੀਰਤਾ ਦਾ ਕੋਈ ਅੰਤ ਨਹੀਂ। ਉਹਦੇ ਜੇ ਆਪਾਂ ਕਹਿੰਦੇ ਵੀ ਬੱਚਿਆਂ ਵਾਂਗੂ ਪਿਆਰ ਕਰਦਾ, ਅਤੇ ਉਹਦਾ ਵੀ ਕੋਈ ਕਿਸੇ ਪਾਸੇ ਨੂੰ ਉਹਦਾ ਕੋਈ ਅੰਤ ਨਹੀਂ। ਉਹਦੇ ਜਿੰਨਾ ਕੋਈ ਪਿਆਰਾ ਨਹੀਂ, ਜੋ ਗੁਰਬਾਣੀ ਦੇ ਵਿੱਚ ਮਹਾਰਾਜ ਦੱਸਦੇ ਨੇ। ਅਤੇ ਫਿਰ ਉਹੀ ਗੁਣ ਮਾਲਕ ਦੇ ਸਾਡੇ ਮਨ ਦੇ ਵਿੱਚ ਵੀ ਪ੍ਰਵੇਸ਼ ਕਰਦੇ ਨੇ ਜਦੋਂ ਅਸੀਂ ਵਾਰ-ਵਾਰ ਮਾਲਕ ਦੇ ਨਾਲ ਜੁੜਦੇ ਹਾਂ ਕਿਸੇ ਨਾ ਕਿਸੇ ਰੂਪ 'ਚ। ਚਾਹੇ ਮਾਲਕ ਦੀ ਗੱਲ ਸੁਣਦੇ ਹਾਂ, ਕਰਦੇ ਹਾਂ, ਸੁਣਦੇ ਹਾਂ, ਸਿਮਰਦੇ ਹਾਂ ਨਾਮ ਦੇ ਨਾਲ, ਅਤੇ ਉਹਦੇ ਗੁਣ ਵੀ ਸਾਡੇ 'ਚ ਪ੍ਰਵੇਸ਼ ਕਰਦੇ ਨੇ। ਫਿਰ ਉਹੀ ਉਹਦੇ ਪ੍ਰੇਮ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਅਤੇ ਪ੍ਰੇਮ ਨੇ ਹੀ ਸਾਡੇ ਮਨ ਨੂੰ ਮਾਲਕ ਦੇ ਅੱਗੇ ਸਨਮੁਖ ਕਰਨਾ। ਪ੍ਰੇਮ ਅਤੇ ਭਰੋਸੇ ਨੇ। ਸੋ ਆਓ ਆਪਾਂ ਵੀ ਥੋੜ੍ਹਾ ਸਮਾਂ ਰਲ ਕੇ ਮਾਲਕ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਬੜੇ ਪਿਆਰ ਦੇ ਨਾਲ ਅੱਗੇ ਦੇਖਣਾ, ਅਤੇ ਪਿਆਰ ਨਾਲ ਹੀ ਆਵਾਜ਼ ਮਾਰਨੀ ਆ ਨੀਵੇਂ ਹੋ ਕੇ। ਅਤੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ